सब ऊपर नानक का ठाकुर, मैं जेहि घन चेरी राम। तेरे कवन कवन गुण कह कह गावा, तू साहिब गुणी निधान। तुमरी महिमा बरन ना सकूं, तू ठाकुर ऊच भगवाना। तुमरी महिमा बरन ना सकूं, तू ठाकुर ऊच भगवाना। सतनाम। श्री वाहिगुरु साहिब जी। मारू महला तीजा। जग शति कियो गुबारा, तू आपे जान है सिरजनहारा। और क्या को कह के आख बखान, तू आपे कीमत पाएंदा। ओंकार सब सृष्टि पाई, सब खेल तमाशा तेरी बड़याई। आपे भीक करे सब साचा, आपे भन्न कढ़ाएंदा। बाजीगर एक बाजी पाई, पूरे गुरती नदरी आई। सदा लिप्त रह गुर शब्दी, साचे स्यों चित लाएंदा। बाजा है बाजे धुन आकारा, आप वजाए वजामण हारा। घट घट पवन वह एक रंगी, मिल पवन सब वजाएंदा। करता करी सो निश्चो होवै, गुर कै शब्दे होमै खोवै। गुर प्रसादी किसै दे वਡयाई, नामो नाम ध्याएंदा। करता करी सो निश्चो होवै, गुर कै शब्दे होमै खोवै। गुर प्रसादी किसै दे वडयाई, नामो नाम ध्याएंदा। वाहिगुरु जी का खालसा, वाहिगुरु जी की फतेह। जुगो जुग अटल हलत पलत दे रखियक, सर्ब कला समरथ। दीन दुनिया दे रहबर, अमृत के दाते। गुरता गद्दी ते सुभाएमान, सतगुरु साहिब श्री गुरु ग्रंथ साहिब जी महाराज। तिना सतगुरु जियां दी पावन पवित्र निगी मुकद्दस गोद दे अंदर जुड़ बैठे आत सत्कार योग सत संगी जनो। बड़े बड़े भागां वाले हाँ के सतगुरु ने कृपा करके सत संगत करन दा सुभाग ये समा बख्शिश कीता है आप जी ने। मेरे तो पहला गुरु सवारियां दे पासों सतगुरु जी दी पावन अमृत बाणी आसा की वार दे कीर्तन नूं श्रवण कीता है। कृपालु दयालु दाता ने कृपा करके
ਜੋ ਇਸ ਪਾਵਨ ਅਸਥਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਤੇ ਨਿਤਾ ਪ੍ਰਤੀ ਲੜੀਵਾਰ ਗੁਰ ਸ਼ਬਦ ਵਿਚਾਰ ਹੁੰਦੀ ਹੈ। ਅੱਜ ਦਾ ਜੋ ਪਾਵਨ ਸ਼ਬਦ ਦਾ ਮੂਲ ਰੂਪ ਅੰਦਰ ਪਾਠ ਆਪ ਜੀ ਨੇ ਭਾਈ ਸਾਹਿਬ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ। ਪਾਵਨ ਸ਼ਬਦ ਤੀਸਰੇ ਨਾਨਕ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ। ਮਾਰੂ ਰਾਗ ਦੇ ਸਿਰਲੇਖ ਹੇਠ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1061 ਅਤੇ 62 ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਜੋ ਪੈਗਾਮ ਜੋ ਸੁਨੇਹਾ ਸਤਿਗੁਰੂ ਨੇ ਸਾਨੂੰ ਮਨੁੱਖਤਾ ਨੂੰ ਸਾਂਝੀ ਮਾਨਵਤਾ ਨੂੰ ਦਿੱਤਾ ਹੈ, ਆਓ ਸਤਿਗੁਰੂ ਦੇ ਚਰਨਾਂ ਦੀ ਟੇਕ ਲੈਂਦਿਆਂ ਹੋਇਆਂ ਗੁਰੂ ਪਾਸੋਂ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਕਿ ਗੁਰੂ ਸਾਹਿਬ ਆਪਣੇ ਦਰ ਘਰ ਦੀ ਵਿਚਾਰ ਆਪ ਹੀ ਕਰਵਾ ਲੈਣ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਬਾਦਸ਼ਾਹ ਦਰਵੇਸ਼ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ, ਤੇ ਇੱਕੋ ਵਾਰ ਕਹਿਣ ਤੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਜੁਗ ਛਤੀ ਕੀਓ ਗੁਬਾਰਾ, ਤੂੰ ਆਪੇ ਜਾਣਹਿ ਸਿਰਜਣਹਾਰਾ। ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਨੇ ਵਿਚਾਰ ਨੂੰ ਆਰੰਭ ਕਰਦਿਆਂ ਮਾਰੂ ਮਹੱਲਾ ਤੀਜਾ ਜੁਗ ਛਤੀ ਕੀਓ ਗੁਬਾਰਾ ਕਹਿੰਦੇ। 36 ਯੁੱਗ ਕਹਿਣ ਤੋਂ ਭਾਵ ਬੜਾ ਲੰਮਾ ਸਮਾਂ ਉਸ ਪਰਮਾਤਮਾ ਨੇ ਇਸ ਸੰਸਾਰ ਦੇ ਅੰਦਰ ਗੁਬਾਰ ਦਾ ਭਾਵ ਹੁੰਦਾ ਹੈ ਹਨੇਰਾ, ਅੰਧਕਾਰ। ਕਹਿੰਦੇ 36 ਯੁੱਗ ਬੜਾ ਲੰਮਾ ਸਮਾਂ ਉਸ ਪਰਮਾਤਮਾ ਨੇ ਇਸ ਸੰਸਾਰ ਦੇ ਅੰਦਰ ਹਨੇਰਾ, ਘੁੱਪ ਹਨੇਰਾ, ਘੋਰ ਅੰਧਾਰ ਹੀ ਬਣਾਈ ਰੱਖਿਆ। ਤੇ ਕਹਿੰਦੇ ਤੂੰ ਆਪੇ ਜਾਣੈ ਸਿਰਜਣਹਾਰਾ, ਤੇ ਪਰਮਾਤਮਾ ਤੂੰ ਆਪ ਹੀ ਜਾਣਦਾ ਹੈ ਕਿ ਉਹ ਕਿਹੋ ਜੀ ਅਸਲੀਅਤ ਸੀ, ਉਹ ਕਿਹੋ ਜਿਹੇ ਹਾਲਾਤ ਸਨ। ਕਹਿੰਦੇ ਮਨੁੱਖ ਦੇ ਵੱਸ ਦੀ ਗੱਲ ਜਾਂ ਮਨੁੱਖ ਇਸ ਬਾਰੇ ਬਿਆਨ ਨਹੀਂ ਕਰ ਸਕਦਾ ਕਿ ਉਸ ਵੇਲੇ ਜੋ ਹਾਲਾਤ ਸਨ ਜਾਂ ਉਹ ਅਸਲੀਅਤ ਕੀ ਹੈ। ਤੂੰ ਆਪ ਹੀ ਜਾਣਨ ਵਾਲਾ ਹੈ, ਕਿਉਂਕਿ ਸੰਸਾਰ ਨੂੰ ਸਿਰਜਿਆ ਤੂੰ ਆਪ ਹੈ, ਬਣਾਇਆ ਤੂੰ ਆਪ ਹੈ, ਤੇ ਇਹ ਸਭ ਕੁਝ ਜਾਣਦਾ ਵੀ ਤੂੰ ਹੀ ਹੈ ਕਿ ਉਹ ਸਮਾਂ ਕਿਹੋ ਜਿਹਾ ਸੀ ਤੇਰੇ ਤੋਂ ਪਹਿਲਾਂ, ਜਾਂ ਇਸ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਕੀ ਸੀ, ਉਹ ਕਿਹੋ ਜਿਹਾ ਮਾਹੌਲ ਸੀ, ਉਹ ਕਿਹੋ ਜੀ ਅਸਲੀਅਤ ਸੀ, ਉਸ ਨੂੰ ਵੀ ਤੂੰ ਆਪ ਜਾਣਦਾ ਹੈ। ਤੇ ਆਪ ਜਦੋਂ ਪਾਵਨ ਬਾਣੀ ਨੂੰ ਪੜ੍ਹੋ ਨਾ, ਤੇ ਗੁਰੂ ਦੀ ਬਾਣੀ ਨੇ ਜੋ ਸਾਡੇ ਸਾਹਮਣੇ ਵਿਚਾਰ ਰੱਖੀ ਹੈ ਕਿ ਪਰਮਾਤਮਾ ਨੇ ਜਦੋਂ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ, ਇਸ ਸੰਸਾਰ ਦੀ ਇਸ ਪੂਰੀ ਕਾਇਨਾਤ ਨੂੰ ਜਦੋਂ ਬਣਾਇਆ ਹੈ, ਤੇ ਉਸ ਤੋਂ ਪਹਿਲਾਂ ਕੀ ਸੀ, ਜਾਂ ਲੋਕਾਂ ਦੇ ਸਵਾਲ ਹਨ, ਜਾਂ ਕੁਝ ਕੁ ਲੋਕਾਂ ਦੇ ਆਪੋ ਆਪਣੇ ਮਨ ਦੇ ਅੰਦਰ ਇਹ ਪ੍ਰਸ਼ਨ ਪੈਦਾ ਹੁੰਦੇ ਹਨ ਕਿ ਇਸ ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਜੋ ਹੈ ਸੰਸਾਰ ਦੇ ਵਿੱਚ ਕੀ ਸੀ, ਜਾਂ ਉਸ ਤੋਂ ਪਹਿਲਾਂ ਕੀ ਸੀ। ਸਤਿਗੁਰੂ ਦੀ ਬਾਣੀ ਨੂੰ ਪੜ੍ਹੋ ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਪਰਮਾਤਮਾ ਨੇ ਜਦੋਂ ਇਸ ਸ੍ਰਿਸ਼ਟੀ ਨੂੰ ਬਣਾਇਆ, ਉਸ ਤੋਂ ਪਹਿਲਾਂ ਕੇਵਲ ਉਹ ਆਪ ਹੀ ਸੀ, ਕੇਵਲ ਉਹ ਆਪ ਹੀ ਸਾਰੀ ਕਾਇਨਾਤ ਦੇ ਅੰਦਰ ਵਸਿਆ ਹੋਇਆ ਸੀ। ਘੁੱਪ ਹਨੇਰਾ ਹੀ ਸੀ, ਕਿਉਂਕਿ ਅਰਬਦ ਨਰਬਦ ਧੁੰਦੂਕਾਰ, ਕਿ ਉਹ ਸਭ ਕੁਝ ਆਪ ਹੀ ਸੀ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਘੁੱਪ ਹਨੇਰ ਸੀ। ਤੇ ਅੱਜ ਦੀ ਜਦੋਂ ਵਿਚਾਰ ਆਰੰਭ ਕੀਤੀ, ਕਹਿੰਦੇ ਜੁਗ ਛਤੀ ਕੀਓ ਗੁਬਾਰਾ, ਕਹਿੰਦੇ ਬੜਾ ਲੰਮਾ ਸਮਾਂ ਉਸ ਪਰਮਾਤਮਾ ਨੇ ਜਿਹੜਾ ਹੈ ਇਸ ਸੰਸਾਰ ਦੇ ਅੰਦਰ ਘੁੱਪ ਹਨੇਰਾ ਸੀ। ਤੂੰ ਆਪੇ ਜਾਣੈ ਸਿਰਜਣਹਾਰਾ, ਤੂੰ ਆਪ ਜਾਣਦਾ ਹੈ ਸਿਰਜਣਹਾਰ ਪਰਮਾਤਮਾ, ਕਿਉਂਕਿ ਸ੍ਰਿਸ਼ਟੀ ਨੂੰ ਬਣਾਇਆ ਤੂੰ ਹੈ, ਸਾਜਿਆ ਤੂੰ ਹੈ, ਤੈਨੂੰ ਹੀ ਪਤਾ ਹੈ ਕਿ ਤੇਰੀ ਹਸਤੀ ਤੋਂ ਪਹਿਲਾਂ ਕੀ ਸੀ। ਹੋਰ ਕਿਆ ਕੋ ਕਹੈ ਕਿ ਆਖ ਵਖਾਣੈ, ਤੂੰ ਆਪੇ ਕੀਮਤ
ਕੀਮਤ ਪਾਇਂਦਾ। ਕਹਿੰਦੇ ਜੇ ਕੋਈ ਮਨੁੱਖ ਆਖਣ ਦਾ ਯਤਨ ਕਰੇ, ਜੇ ਕੋਈ ਮਨੁੱਖ ਇਹ ਕਹਿਣ ਦਾ ਯਤਨ ਕਰੇ ਕਿ ਇਸ ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਕੀ ਸੀ, ਜਾਂ ਇਸ ਸੰਸਾਰ ਦੇ ਬਣਨ ਤੋਂ ਪਹਿਲਾਂ ਕਿਹੋ ਜਿਹਾ ਮਾਹੌਲ ਸੀ, ਕਹਿੰਦੇ ਹੋਰ ਕਿਆ ਕੋ ਕਹੈ ਕਿ ਆਖ ਵਖਾਣੈ। ਕਹਿੰਦੇ ਕੋਈ ਵੀ ਕੁਝ ਆਖ ਵਖਾਣ ਬਿਆਨ ਨਹੀਂ ਕਰ ਸਕਦਾ, ਤੂੰ ਆਪੇ ਕੀਮਤ ਪਾਏਂਦਾ। ਇਸ ਦੀ ਕੀਮਤ, ਇਸ ਦੀ ਵਡਿਆਈ ਤੂੰ ਆਪ ਹੀ ਜਾਣਦਾ ਹੈ। ਤੇ ਆਪ ਨੂੰ ਪਾਵਨ ਬਚਨ ਯਾਦ ਹੋਵੇਗਾ। ਆਪ ਨਿਤਾਂ ਪ੍ਰਤੀ ਜਪ ਬਾਣੀ ਦੇ ਅੰਦਰੋਂ ਇਸ ਬਚਨ ਨੂੰ ਸ਼ਰਵਣ ਕਰਦੇ ਹੋਵੋਗੇ ਕਿ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਾਹ ਕਵਨ ਜਿਤ ਹੋਵਾ ਆਕਾਰ। ਤੇ ਅੱਗੇ ਉਹਨਾਂ ਨੇ ਆਖਿਆ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਕਹਿੰਦੇ ਨਾ ਇਹ ਜੋਗੀ ਨਾ ਇਹ ਜੰਗਮ ਇਹ ਜਾਣਦੇ ਹਨ ਕਿ ਉਹ ਥਿਤ ਕੀ ਸੀ, ਉਹ ਵਾਰ ਕੀ ਸੀ, ਉਹ ਕਿਹੜਾ ਸਮਾਂ ਸੀ, ਉਹ ਕਿਹੜੀ ਰੁੱਤ ਸੀ। ਜਿਸ ਰੁੱਤੇ ਜਿਸ ਸਮੇਂ ਉਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ। ਕਹਿੰਦੇ ਜੇ ਮਨੁੱਖ ਆਖਣ ਦਾ ਯਤਨ ਕਰੇ ਤਾਂ ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਜਿਹੜਾ ਵਚਨ ਸਾਂਝਾ ਕਰ ਰਿਹਾ ਸਾਂ ਕਿ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ। ਉਹ ਆਪ ਹੀ ਜਾਣਦਾ ਹੈ ਜਿਸ ਕਰਤੇ ਨੇ, ਜਿਸ ਸਿਰਜਣਹਾਰ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ। ਉਹ ਬਣਾਉਣ ਵਾਲਾ ਆਪ ਸਭ ਕੁਝ ਜਾਣਦਾ ਹੈ ਕਿ ਇਸ ਤੋਂ ਪਹਿਲਾਂ ਕੀ ਸੀ ਜਾਂ ਇਸ ਤੋਂ ਬਾਅਦ ਕੀ ਹੈ। ਕਹਿੰਦੇ ਤੂੰ ਪਰਮਾਤਮਾ ਆਪ ਹੀ ਜਾਣਨ ਵਾਲਾ ਹੈ। ਜੇ ਕੋਈ ਮਨੁੱਖ ਜਾਂ ਕੋਈ ਜੀਵ ਇਸ ਬਾਰੇ ਬਿਆਨ ਕਰਨ ਦਾ ਯਤਨ ਕਰੇ, ਕਹਿੰਦੇ ਉਸ ਦੇ ਵੱਸ ਤੋਂ ਗੱਲ ਪਰੇ ਹੈ। ਓੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਉਸ ਓੰਕਾਰ ਭਾਵ ਉਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ। ਓੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਤੇ ਪਰਮਾਤਮਾ ਇਸ ਸ੍ਰਿਸ਼ਟੀ ਨੂੰ, ਇਸ ਸੰਸਾਰ ਨੂੰ ਤੂੰ ਆਪ ਬਣਾਇਆ ਹੈ। ਕਹਿੰਦੇ ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਇਹ ਸੰਸਾਰ ਦਾ ਤਮਾਸ਼ਾ, ਇਹ ਸਾਰੀ ਖੇਡ, ਇਹ ਸਭ ਕੁਝ ਤੇਰੀ ਬਣਾਈ ਹੋਈ ਹੀ ਵਾਪਰਦੀ ਹੈ। ਇਹ ਮਨੁੱਖ ਦੀ ਸਮਝ ਤੋਂ ਪਰੇ ਹੈ ਕਿ ਇਸ ਸੰਸਾਰ ਨੂੰ ਪਰਮਾਤਮਾ ਨੇ ਕਿਵੇਂ ਬਣਾਇਆ, ਇਸ ਦੀ ਰਚਨਾ ਕਿਵੇਂ ਹੋਈ। ਤੇ ਆਪ ਜਦੋਂ ਬਾਣੀ ਨੂੰ ਪੜ੍ਹੋ ਨਾ ਤੇ ਇੱਕ ਜਗ੍ਹਾ ਤੇ ਸਤਿਗੁਰੂ ਦੀ ਬਾਣੀ ਦੇ ਅੰਦਰ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਕੁਝ ਕੁ ਬੋਲ ਉਸਦੇ ਸਮਝਣ ਵਿੱਚ ਔਖੇ ਲੱਗਦੇ ਹਨ, ਪਰ ਜਿਹੜੀ ਉਹਨਾਂ ਨੇ ਸਮਝ ਦਿੱਤੀ ਹੈ ਨਾ ਉਸ ਪਾਵਨ ਅੰਦਰ ਸ਼ਬਦ ਦੇ ਅੰਦਰ, ਉਹ ਸਮਝ ਕੁਝ ਇਸ ਤਰੀਕੇ ਦੀ ਹੈ। ਉਹਨਾਂ ਨੇ ਆਖਿਆ ਪਹਿਲ ਪੁਰੀਏ ਪੁੰਡਰਕ ਵਰਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਤੇ ਅੱਗੇ ਉਹਨਾਂ ਨੇ ਆਖਿਆ ਪਹਿਲ ਪੁਰਸਾਬੇਰਾ। ਕਹਿੰਦੇ ਪਹਿਲਾਂ ਪਹਿਲ ਸਭ ਤੋਂ ਪਹਿਲਾਂ ਇਸ ਸ੍ਰਿਸ਼ਟੀ ਦੇ ਅੰਦਰ ਉਹ ਪੁਰਸ਼, ਉਹ ਪਰਮਾਤਮਾ ਆਇਆ। ਪਹਿਲ ਪੁਰਸ਼ ਆਬੇਰਾ, ਉਹ ਪੁਰਸ਼, ਉਹ ਪਰਮਾਤਮਾ ਅਕਾਲ ਪੁਰਖ ਇਸ ਸ੍ਰਿਸ਼ਟੀ ਅੰਦਰ ਆਇਆ। ਅਥੋਣ ਪੁਰਸਾਦਮਰਾ, ਅਥੋਣ ਕਹਿੰਦੇ ਹਨ ਬਾਅਦ ਵਿੱਚ, ਕਹਿੰਦੇ ਅਥੋਣ ਪੁਰਸਾਦਮਰਾ। ਉਸ ਤੋਂ ਬਾਅਦ ਇਹ ਸਾਰੀ ਮਾਇਆ, ਇਹ ਸਾਰਾ ਜਗਤ, ਇਹ ਜੀਵ ਉਸ ਪਰਮਾਤਮਾ ਨੇ ਇਸ ਕੌਲ ਫੁੱਲਾਂ ਦੇ ਖੇਤ ਅੰਦਰ ਪੈਦਾ ਕੀਤੇ। ਤੇ ਕਹਿੰਦੇ ਇਹ ਸ੍ਰਿਸ਼ਟੀ, ਇਹ ਸੰਸਾਰ ਮਾਨੋ ਕਿ ਇੱਕ ਕੌਲ ਫੁੱਲਾਂ ਦਾ ਖੇਤ ਹੈ, ਇੱਕ ਬਾਗ ਹੈ। ਤੇ ਇਹ ਜਿੰਨੇ ਵੀ ਜੀਵ ਹਨ ਉਸ ਬਾਗ ਦੇ ਅੰਦਰ ਹੰਸਾਂ ਦੇ ਵਾਂਗ ਜਿਵੇਂ ਉਡਾਰੀਆਂ ਲਾ ਰਹੇ ਹਨ। ਕਹਿੰਦੇ ਇਹ ਮਾਨੋ ਉਸ ਬਾਗ ਦੇ ਅੰਦਰ ਆਪਣੀ ਉਮਰ, ਆਪਣੀ ਇਸ ਸਵਾਸਾਂ ਦੀ ਪੂੰਜੀ ਨੂੰ ਭੋਗਣ ਵਾਸਤੇ ਆਏ ਹਨ। ਤੇ ਪਰਮਾਤਮਾ ਨੇ ਸਭ ਤੋਂ ਪਹਿਲਾਂ ਆਪਣੇ ਆਪ ਦੀ ਹਸਤੀ ਨੂੰ ਕਾਇਮ ਕੀਤਾ। ਉਹ ਦ੍ਰਿੜ ਰਹਿਣ ਵਾਲਾ ਪਰਮਾਤਮਾ ਪਹਿਲਾਂ ਆਇਆ। ਉਸ ਤੋਂ ਬਾਅਦ ਉਸਨੇ ਇਹ ਸਾਰੀ ਮਾਇਆ, ਇਹ ਸਾਰਾ ਸੰਸਾਰ, ਇਹ ਕੁਦਰਤ, ਇਹ ਕਾਇਨਾਤ ਨੂੰ ਰਚਿਆ। ਤੇ ਉਸ ਤੋਂ ਬਾਅਦ ਇਹ ਸਾਰਾ ਤਮਾਸ਼ਾ ਜਿਸ ਦਾ ਅੱਜ ਜ਼ਿਕਰ ਕਰਦੇ ਹਨ ਕਿ ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਇਹ ਤਮਾਸ਼ਾ, ਇਹ ਖੇਡ, ਇਹ ਸਭ ਕੁਝ ਪਰਮਾਤਮਾ ਤੇਰੀ ਵਡਿਆਈ ਹੈ। ਤੇ ਇਸ ਨੂੰ ਬਣਾਉਣ ਵਾਲਾ, ਇਸ ਨੂੰ ਸਾਜਣ ਵਾਲਾ ਤੂੰ ਆਪ ਹੀ ਹੈ। ਜੇ ਕੋਈ ਮਨੁੱਖ ਜਾਂ ਕੋਈ ਜੀਵ ਇਸ ਬਾਰੇ ਆਖਣ ਦਾ ਯਤਨ ਕਰੇ, ਕਹਿੰਦੇ ਉਸ ਦੇ ਵੱਸ ਤੋਂ ਪਰੇ ਦੀ ਗੱਲ ਹੈ ਕਿ ਇਸ ਪਰਮਾਤਮਾ ਨੇ ਜਦੋਂ ਉਸ ਸ੍ਰਿਸ਼ਟੀ ਨੂੰ ਬਣਾਇਆ ਉਸ ਤੋਂ ਪਹਿਲਾਂ ਕੀ ਸੀ, ਉਸ ਤੋਂ ਬਾਅਦ ਕੀ ਹੈ। ਕਹਿੰਦੇ ਇਹ ਮਨੁੱਖ ਦੀ ਵੱਸ ਦੀ ਗੱਲ ਨਹੀਂ। ਤੇ ਆਪ ਇਤਿਹਾਸ ਨੂੰ ਪੜ੍ਹੋ ਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਪੜ੍ਹੀਏ ਤੇ ਜਿਹੜੇ ਬਚਨ ਭਾਈ ਗੁਰਦਾਸ ਜੀ ਹੁਣਾਂ ਨੇ ਸਾਡੇ ਸਾਹਮਣੇ ਰੱਖੇ ਹਨ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਤੇ ਜਦੋਂ ਬਗਦਾਦ ਦੇ ਅੰਦਰ ਉਹਨਾਂ ਨੇ ਬਾਰ-ਬਾਰ ਜਾ ਕੇ ਆਪਣਾ ਡੇਰਾ ਲਾਇਆ ਹੈ
ਤੇ ਇਤਿਹਾਸ ਬਿਆਨ ਕਰਦਾ ਹੈ ਜਦੋਂ ਬਗਦਾਦ ਦੇ ਅੰਦਰ ਉਹਨਾਂ ਨੇ ਭਾਈ ਮਰਦਾਨਾ ਜੀ ਦੇ ਨਾਲ ਰਬਾਬ ਦੇ ਉੱਪਰ ਕੀਰਤਨ ਕੀਤਾ, ਕਿਉਂਕਿ ਬਗਦਾਦ ਦੇ ਅੰਦਰ ਸੰਗੀਤ ਉਚਾਰਨ ਕਰਨਾ, ਰਾਗ ਉਚਾਰਨ ਕਰਨਾ ਉਹਨਾਂ ਦੇ ਅੰਦਰ ਹਰਾਮ ਮੰਨਿਆ ਜਾਂਦਾ ਸੀ। ਤੇ ਕਹਿੰਦੇ ਜਦੋਂ ਬਾਬਾ ਜੀ ਨੇ ਭਾਈ ਮਰਦਾਨਾ ਜੀ ਦੇ ਨਾਲ ਰਬਾਬ ਲੈ ਕੇ ਕੀਰਤਨ ਆਰੰਭ ਕੀਤਾ, ਪ੍ਰਭੂ ਦੀ ਸਿਫਤ ਵਡਿਆਈ ਕੀਤੀ, ਤੇ ਕਹਿੰਦੇ ਜਿੰਨੇ ਵੀ ਉੱਥੋਂ ਦੇ ਰਹਿਣ ਵਾਲੇ ਲੋਕ ਸਨ ਜਿਹੜੇ ਪਹਿਲਾਂ ਸੰਗੀਤ ਨੂੰ, ਰਾਗ ਨੂੰ ਹਰਾਮ ਸਮਝਦੇ ਸਨ, ਕਹਿੰਦੇ ਜਦੋਂ ਉਹਨਾਂ ਨੇ ਉਸ ਸ਼ਬਦ ਨੂੰ ਸੁਣਿਆ, ਕਹਿੰਦੇ ਸੁਰਤੀਆਂ ਮਾਨੋ ਇਸ ਤਰੀਕੇ ਦੀਆਂ ਹੋ ਗਈਆਂ ਜਿਸ ਨੂੰ ਉਹਨਾਂ ਨੇ ਉਸੇ ਹੀ ਪੌੜੀ ਅੰਦਰ ਬਿਆਨ ਕੀਤਾ ਹੈ। ਸੁਣ ਮਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਉੱਥੋਂ ਦੇ ਲੋਕ ਮਾਨੋ ਕਿ ਸੁਣ ਕਹਿਣ ਤੋਂ ਭਾਵ ਉਹਨਾਂ ਦੀ ਬੁੱਧੀ ਕੇਵਲ ਤੇ ਕੇਵਲ ਸ਼ਬਦ ਦੇ ਅੰਦਰ ਟਿਕ ਗਈ। ਤੇ ਉੱਥੋਂ ਦਾ ਰਹਿਣ ਵਾਲਾ ਇੱਕ ਦਸਤਗੀਰ ਪੀਰ, ਜਦੋਂ ਉਸ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਦਾ ਪਤਾ ਚੱਲਿਆ ਹੈ ਤਾਂ ਉਹਨੇ ਵੀ ਪ੍ਰਭਾਵ ਕਬੂਲਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆਇਆ। ਤੇ ਇਤਿਹਾਸ ਨੇ ਇਹ ਬਚਨ ਬਿਆਨ ਕੀਤੇ ਹਨ ਕਿ ਦਸਤਗੀਰ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ 3 ਸਵਾਲ ਕੀਤੇ ਸਨ ਜਿਹੜੇ ਅੱਜ ਦੇ ਸ਼ਬਦ ਦੇ ਨਾਲ ਟੁਕਵੇ ਹਨ ਕਿ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਕਿਵੇਂ ਬਣਾਇਆ, ਉਸ ਤੋਂ ਪਹਿਲਾਂ ਕੀ ਸੀ, ਜਾਂ ਉਹ ਰਹਿੰਦਾ ਕਿੱਥੇ ਹੈ, ਉਹ ਵਸਦਾ ਕਿੱਥੇ ਹੈ। ਕਹਿੰਦੇ ਦਸਤਗੀਰ ਪੀਰ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ 3 ਸਵਾਲ ਕੀਤੇ ਤੇ ਉਹ 3 ਸਵਾਲ ਅਜਿਹੇ ਸਨ ਜਿਹੜੇ ਦਸਤਗੀਰ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਕੀਤੇ। ਕਹਿੰਦੇ ਪਹਿਲਾ ਸਵਾਲ ਗੁਰੂ ਨਾਨਕ ਜੀ ਤੁਹਾਡੇ ਸਾਹਮਣੇ ਇਹ ਹੈ ਕਿ ਪਰਮਾਤਮਾ ਤੋਂ, ਇਸ ਸੰਸਾਰ ਤੋਂ ਪਹਿਲਾਂ, ਇਸ ਸ੍ਰਿਸ਼ਟੀ ਤੋਂ ਪਹਿਲਾਂ ਕੀ ਸੀ। ਦੂਸਰਾ ਸਵਾਲ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਰੱਖਿਆ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ, ਉਸ ਦਾ ਵਾਸ ਕਿੱਥੇ ਹੈ, ਉਹ ਵਸਦਾ ਕਿੱਥੇ ਹੈ। ਤੇ ਕਹਿੰਦੇ ਤੀਸਰਾ ਸਵਾਲ ਦਸਤਗੀਰ ਪੀਰ ਨੇ ਕੀਤਾ ਕਿ ਪਰਮਾਤਮਾ ਕਰਦਾ ਕੀ ਹੈ, ਉਹ ਕਰਤਾ ਕਰਦਾ ਕੀ ਹੈ, ਉਹ ਪਰਮਾਤਮਾ ਕਰਦਾ ਕੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਦਸਤਗੀਰ ਪੀਰ ਦੇ ਇਹਨਾਂ 3 ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਇਤਿਹਾਸ ਬਿਆਨ ਕਰਦਾ ਹੈ ਜਦੋਂ ਪਹਿਲੇ ਸਵਾਲ ਦਾ ਜਵਾਬ ਦੇਣ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਦਸਤਗੀਰ ਪੀਰ ਜੀ ਜਿਹੜੀ ਗਿਣਤੀ ਹੈ, ਗਿਣਤੀ ਗਿਣਨੀ ਸ਼ੁਰੂ ਕਰੋ 1 ਤੋਂ ਲੈ ਕੇ। ਕਹਿੰਦੇ ਜਦੋਂ ਦਸਤਗੀਰ ਪੀਰ ਨੇ ਗਿਣਤੀ ਗੁਰੂ ਸ਼ੁਰੂ ਕੀਤੀ, ਹਾਲੇ 1 ਤੋਂ ਲੈ ਕੇ 5 ਤੱਕ ਹੀ ਗਿਆ, 1 2 3 4 5। ਕਹਿੰਦੇ ਜਦੋਂ ਗਿਣਤੀ ਉਚਾਰਨ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸਹੀ ਨਹੀਂ ਹੈ, ਦੁਬਾਰਾ ਗਿਣਤੀ ਸ਼ੁਰੂ ਕਰੋ। ਤੇ ਕਹਿੰਦੇ ਫਿਰ ਦਸਤਗੀਰ ਪੀਰ ਨੇ ਗਿਣਤੀ ਗਿਣਨੀ ਸ਼ੁਰੂ ਕੀਤੀ 1 2 3 ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਗਿਣਤੀ ਹਾਲੇ ਵੀ ਤੁਹਾਡੀ ਸਹੀ ਨਹੀਂ ਹੈ। ਫਿਰ ਉਹਨਾਂ ਨੇ ਆਖਿਆ ਦੁਬਾਰਾ ਗਿਣਤੀ ਸ਼ੁਰੂ ਕਰੋ। ਕਹਿੰਦੇ ਦਸਤਗੀਰ ਪੀਰ ਨੇ ਇਸ ਵਾਰ 1 ਹੀ ਆਖਿਆ ਹਾਲੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੋਕ ਦਿੱਤਾ ਕਿ ਦਸਤਗੀਰ ਪੀਰ ਜੀ ਗਿਣਤੀ ਹਾਲੇ ਵੀ ਸਹੀ ਨਹੀਂ ਹੈ। ਤੇ ਦਸਤਗੀਰ ਪੀਰ ਬੜੇ ਗੁੱਸੇ ਅੰਦਰ ਆਇਆ, ਹਾਲੇ ਤਾਂ ਉਚਾਰਨ ਹੀ 1 ਕੀਤਾ ਹੈ, ਜਾਂ ਤਾਂ ਹੋਵੇ ਕਿ 1 ਤੋਂ ਲੈ ਕੇ ਮੈਂ 100 ਤੱਕ ਬੋਲਾਂ, 50 ਤੱਕ ਬੋਲਾਂ, ਵਿੱਚੋਂ 1 ਅੱਧਾ ਅੱਖਰ ਰਹਿ ਜਾਂਦਾ ਹੈ, ਹਾਲੇ ਬੋਲਿਆ ਹੀ 1 ਹੈ ਤੇ ਹਾਲੇ ਵੀ ਕਹਿ ਰਹੇ ਹਨ ਗਲਤ ਹੈ। ਤੇ ਉਹਨਾਂ ਨੇ ਆਖਿਆ ਕਿ ਗੁਰੂ ਨਾਨਕ ਜੀ ਤੁਸੀਂ ਦੱਸਣਾ ਕਰੋ ਕਿ ਜੇ ਹਾਲੇ ਵੀ ਗਿਣਤੀ ਗਲਤ ਹੈ ਤਾਂ ਕਿਸ ਤਰੀਕੇ ਦੀ ਗਿਣਤੀ ਉਚਾਰਨ ਕਰਾਂ। ਉਹਨਾਂ ਨੇ ਆਖਿਆ 1 ਤੋਂ ਪਹਿਲਾਂ ਕੀ ਸੀ, 1 ਤੋਂ ਪਹਿਲਾਂ ਜਿਹੜਾ ਅੱਖਰ ਆਉਂਦਾ ਹੈ ਉਸ ਨੂੰ ਉਚਾਰਨ ਕਰ। ਉਹਨਾਂ ਨੇ ਆਖਿਆ 1 ਤੋਂ ਪਹਿਲਾਂ ਕੁਝ ਵੀ ਨਹੀਂ ਆਉਂਦਾ, ਗਿਣਤੀ ਹੀ 1 ਤੋਂ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਲਗਾਤਾਰ ਚੱਲਦੀ ਹੈ, 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ। ਤੇ ਉਹਨਾਂ ਨੇ ਆਖਿਆ ਤੇਰੇ ਪਹਿਲੇ ਸਵਾਲ ਦਾ ਜਵਾਬ ਵੀ ਇਹ ਹੈ, ਪਰਮਾਤਮਾ 1 ਹੈ ਤੇ ਉਸ 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ, ਕਿਉਂਕਿ ਉਸਨੇ ਸ੍ਰਿਸ਼ਟੀ ਨੂੰ ਬਣਾਇਆ ਹੈ, ਉਸਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਤੇ ਉਸ ਤੋਂ ਪਹਿਲਾਂ ਕੇਵਲ ਇਸ ਸੰਸਾਰ ਦੇ ਅੰਦਰ ਉਹ ਪਰਮਾਤਮਾ ਇੱਕ ਆਪ ਹੀ ਬੈਠਾ ਸੀ, ਉਹ ਆਪ ਹੀ ਇਸ ਸ੍ਰਿਸ਼ਟੀ ਨੂੰ ਚਲਾਉਂਦਾ ਸੀ। ਦਸਤਗੀਰ ਪੀਰ ਬੜਾ ਹੈਰਾਨ ਹੋਇਆ ਕਿ ਇੰਨੀ ਹਾਜ਼ਰ ਜਵਾਬੀ ਦੇ ਨਾਲ ਜਵਾਬ। ਤੇ ਕਹਿੰਦੇ ਜਦੋਂ ਦੂਸਰਾ ਜਵਾਬ ਦੇਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਪਰਮਾਤਮਾ ਵਸਦਾ ਕਿੱਥੇ ਹੈ, ਉਸ ਦਾ ਵਾਸ ਕਿੱਥੇ ਹੈ, ਉਹ ਰਹਿੰਦਾ ਕਿੱਥੇ ਹੈ, ਤਾਂ ਉਹਨਾਂ ਨੇ ਜਿਹੜਾ ਹੈ 1 ਛੰਨਾ ਦੁੱਧ ਦਾ ਮੰਗਾਇਆ ਕਿ ਦਸਤਗੀਰ ਪੀਰ ਜੀ 1 ਜਿਹੜਾ ਹੈ ਦੁੱਧ ਦਾ ਛੰਨਾ ਲੈ ਕੇ ਆਓ। ਦਸਤਗੀਰ ਪੀਰ ਨੇ ਭੇਜਿਆ ਆਪਣੇ ਬੰਦੇ ਨੂੰ ਤੇ ਕਹਿੰਦੇ ਜਦੋਂ ਉਸਦਾ ਉਹ ਬੰਦਾ ਸੇਵਕ ਦੁੱਧ ਲੈ ਕੇ ਆਇਆ ਛੰਨੇ ਦੇ ਅੰਦਰ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਛੰਨੇ ਤੋਂ ਦੁੱਧ ਜਿਹੜਾ ਹੈ ਦੂਸਰੇ ਗਲਾਸ ਦੇ ਅੰਦਰ ਜਦੋਂ ਪੁਣਿਆ ਪਲਟਿਆ ਤੇ ਕਹਿਣ ਲੱਗੇ ਕਿ ਪੀਰ ਜੀ ਇਸ ਦੁੱਧ ਦੇ ਅੰਦਰ ਜਿਹੜਾ ਹੈ ਮੱਖਣ ਹੈ, ਇਸ ਦੁੱਧ ਦੇ ਅੰਦਰ ਕੁਝ ਹੈ ਤੇ ਦੁੱਧ ਦੇ ਅੰਦਰ ਮੱਖਣ ਨਜ਼ਰੀ ਆਉਂਦਾ ਹੈ। ਤੇ ਦਸਤਗੀਰ ਪੀਰ ਨੇ ਆਪਣੇ ਹੱਥ ਦੇ ਅੰਦਰ ਛੰਨਾ ਤੇ ਗਲਾਸ ਫੜਿਆ, ਜਦੋਂ ਦੁੱਧ ਨੂੰ ਪੁਣਿਆ, ਦੁੱਧ ਨੂੰ ਦੂਸਰੇ ਭਾਂਡੇ ਦੇ ਅੰਦਰ ਪਲਟਿਆ ਤੇ ਉਹਨੇ ਵੇਖਿਆ ਕਿ ਦੁੱਧ ਤਾਂ ਕੇਵਲ ਦੁੱਧ ਹੀ ਹੈ, ਇਸ ਦੁੱਧ ਦੇ ਅੰਦਰ ਹੋਰ ਕੁਝ ਵੀ ਨਹੀਂ ਹੈ।
ਤੇ ਕਹਿੰਦੇ ਦੁਬਾਰਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਪੀਰ ਜੀ ਇਸ ਦੁੱਧ ਦੇ ਅੰਦਰ ਮੱਖਣ ਹੈ, ਇਸ ਦੁੱਧ ਦੇ ਅੰਦਰ ਘਿਓ ਹੈ। ਤੇ ਕਹਿੰਦੇ ਜਦੋਂ ਫਿਰ ਦੁਬਾਰਾ ਦਸਤਗੀਰ ਪੀਰ ਨੇ ਦੁੱਧ ਨੂੰ ਪਲਟਿਆ ਛੰਨੇ ਤੋਂ ਗਲਾਸ ਦੇ ਅੰਦਰ, ਤੇ ਦਸਤਗੀਰ ਪੀਰ ਕਹਿਣ ਲੱਗਾ ਕਿ ਪਾਤਸ਼ਾਹ ਕੇਵਲ ਦੁੱਧ ਹੈ, ਹੋਰ ਇਸ ਦੁੱਧ ਦੇ ਅੰਦਰ ਨਾ ਤਾਂ ਮੱਖਣ ਹੈ ਨਾ ਘਿਓ ਹੈ। ਪਰ ਉਹਨਾਂ ਨੇ ਆਖਿਆ ਇਸ ਦੇ ਅੰਦਰ ਮੱਖਣ ਵੀ ਹੈ, ਇਸ ਦੇ ਅੰਦਰ ਘਿਓ ਵੀ ਹੈ, ਪਰ ਉਸ ਨੂੰ ਪ੍ਰਗਟ ਕਰਨ ਦੇ ਲਈ ਇਸ ਦੁੱਧ ਨੂੰ ਜਾਗ ਲਾਣੀ ਪੈਂਦੀ ਹੈ। ਇਸ ਦੁੱਧ ਨੂੰ ਜਾਗ ਲਾ ਕੇ ਇੱਕ ਨਿੱਘ ਦੇ ਅੰਦਰ, ਇੱਕ ਗਰਮੀ ਦੇ ਅੰਦਰ ਰੱਖਣਾ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਦਹੀਂ ਜੰਮਦਾ ਹੈ, ਸਭ ਕੁਝ ਹੁੰਦਾ ਹੈ, ਉਹ ਸਭ ਕੁਝ ਤੋਂ ਬਾਅਦ ਇਹ ਜਿਹੜਾ ਮੱਖਣ, ਇਹ ਘਿਓ ਪ੍ਰਗਟ ਹੁੰਦਾ ਹੈ। ਪਰਮਾਤਮਾ ਰਹਿੰਦਾ ਇਸ ਜੀਵ ਦੇ ਅੰਦਰ ਹੀ ਹੈ, ਇਸ ਸਰੀਰ ਦੇ ਅੰਦਰ ਹੀ ਹੈ। ਉਸ ਨੂੰ ਪ੍ਰਗਟ ਕਰਨ ਦੀ ਕਿਰਿਆ ਇਸ ਜੀਵਨ ਨੂੰ ਜਾਗ ਲਾਣੀ ਹੈ। ਇਸ ਜੀਵਨ ਅੰਦਰ ਸੱਚ ਦੀ ਜਾਗ ਜਦੋਂ ਲੱਗ ਜਾਵੇਗੀ, ਜਦੋਂ ਇਸ ਜੀਵਨ ਅੰਦਰ ਸੱਚ ਦੀ ਜਾਗ, ਨਾਮ ਦੀ ਜਾਗ ਲੱਗੇਗੀ, ਪਰਮਾਤਮਾ ਦਾ ਵਾਸ ਹਰ ਇੱਕ ਦੇ ਅੰਦਰ ਹੈ। ਕਿਉਂਕਿ ਬਾਣੀ ਨੇ ਆਖਿਆ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਹਿ। ਜਾਂ ਆਪ ਜੀ ਨੂੰ ਬਚਨ ਯਾਦ ਹੋਵੇਗਾ, ਸਭ ਮਹਿ ਜੋਤ ਜੋਤ ਹੈ ਸੋਏ। ਉਹ ਹਰ ਇੱਕ ਦੇ ਅੰਦਰ ਜੋਤ ਹੈ, ਪਰ ਉਹ ਜੋਤ ਪ੍ਰਗਟ ਕਿਵੇਂ ਹੁੰਦੀ ਹੈ? ਗੁਰ ਪ੍ਰਸਾਦੀ ਪ੍ਰਗਟ ਹੋਏ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਵਾਪਰ ਜਾਵੇ ਤਾਂ ਬਾਣੀ ਕਹਿੰਦੀ ਹੈ ਉਹ ਜੋਤ ਇਸ ਹਿਰਦੇ ਦੇ ਅੰਦਰੋਂ ਪ੍ਰਗਟ ਹੋ ਜਾਂਦੀ ਹੈ। ਬਾਹਰੋਂ ਨਹੀਂ ਕੋਈ ਕਰਮ ਕਰਨਾ ਪੈਂਦਾ, ਬਾਹਰੋਂ ਵਿਖਾਵੇ ਦੇ ਕਰਮ ਕਰਕੇ ਲੋਕਾਂ ਦੇ ਕੋਲ ਜਾ ਕੇ ਇਹੋ ਜਿਹੇ ਕਰਮ ਨਹੀਂ। ਕਹਿੰਦੇ ਕੇਵਲ ਉਹ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਵਾਪਰੇ ਇਸ ਜੀਵਨ ਦੇ ਅੰਦਰੋਂ ਹੀ ਉਹ ਪ੍ਰਗਟ ਹੋ ਜਾਂਦੀ ਹੈ। ਤੇ ਇੱਥੇ ਜਦੋਂ ਉਹਨਾਂ ਨੇ ਦੂਸਰੇ ਸਵਾਲ ਦਾ ਜਵਾਬ ਦਿੱਤਾ, ਦਸਤਗੀਰ ਪੀਰ ਬੜਾ ਹੈਰਾਨ ਹੋਇਆ। ਤੇ ਤੀਸਰੇ ਸਵਾਲ ਦਾ ਜਵਾਬ ਉਹਨਾਂ ਨੇ ਜਦੋਂ ਦਿੱਤਾ ਹੈ ਤੇ ਕਹਿਣ ਲੱਗੇ ਕਿ ਪਰਮਾਤਮਾ ਕਰਦਾ ਕੀ ਹੈ? ਕਹਿੰਦੇ ਦਸਤਗੀਰ ਪੀਰ ਆਪ ਉੱਪਰ ਕੁਰਸੀ ਤੇ ਬੈਠਾ, ਤਖਤ ਤੇ ਬੈਠਾ, ਗੁਰੂ ਨਾਨਕ ਪਾਤਸ਼ਾਹ ਜੀ ਥੱਲੇ ਬਿਰਾਜਮਾਨ ਸਨ। ਉਹਨਾਂ ਨੇ ਆਖਿਆ ਕਿ ਪੀਰ ਜੀ ਤੁਸੀਂ ਥੱਲੇ ਆਓ ਤੇ ਸਾਨੂੰ ਜਿਹੜਾ ਹੈ ਉੱਪਰ ਬੈਠਣ ਦਿਓ। ਉਹਨਾਂ ਨੇ ਆਖਿਆ ਚਲੋ ਬੈਠਣ ਲੈ ਦਿੰਦੇ। ਕਹਿੰਦੇ ਜਦੋਂ ਪੀਰ ਥੱਲੇ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਤਖਤ ਤੇ ਬੈਠੇ ਹਨ ਤੇ ਉਹਨਾਂ ਨੇ ਆਖਿਆ, ਗੁਰੂ ਨਾਨਕ ਜੀ ਤੁਹਾਨੂੰ ਸਵਾਲ ਦਾ ਜਵਾਬ ਪੁੱਛਿਆ ਹੈ, ਤੀਸਰੇ ਬਚਨ ਦਾ ਸਾਨੂੰ ਜਵਾਬ ਚਾਹੀਦਾ ਹੈ ਕਿ ਪਰਮਾਤਮਾ ਕਰਦਾ ਕੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਦਸਤਗੀਰ ਪੀਰ ਜੀ, ਪਰਮਾਤਮਾ ਇਹੋ ਕਰਦਾ ਹੈ ਜੋ ਤੁਹਾਡੀ ਨਜ਼ਰੀ ਹੁਣ ਆਇਆ ਹੈ, ਤੁਹਾਡੇ ਵਰਗੇ ਹੰਕਾਰੀਆਂ ਨੂੰ ਨੀਵਿਆਂ ਵਿਖਾ ਦਿੰਦਾ ਹੈ, ਮੇਰੇ ਵਰਗੇ ਨਿਮਰਤਾ ਵਾਲਿਆਂ ਨੂੰ ਪਰਮਾਤਮਾ ਜਿਹੜਾ ਹੈ ਉਹ ਤਖਤ ਤੇ ਬਿਠਾ ਦਿੰਦਾ ਹੈ। ਪਰਮਾਤਮਾ ਆਹੀ ਕੁਝ ਸੰਸਾਰ ਦੇ ਅੰਦਰ ਕਰਦਾ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ, ਤੇ ਭੇਖਾਰੀ ਕਰਦਾ ਇਹੋ ਹੈ, ਤੇਰੇ ਵਰਗੇ ਹੰਕਾਰੀ ਨੂੰ ਤਖਤ ਤੋਂ ਲਾ ਕੇ ਥੱਲੇ ਬਿਠਾ ਦਿੰਦਾ ਹੈ। ਜਿਹੜਾ ਨਿਮਰਤਾ ਵਾਲਾ ਹੈ, ਨਿਮਰ ਭਾਵ ਵਾਲਾ ਹੈ, ਉਸ ਨੂੰ ਉਹ ਤਖਤਾਂ ਦਾ ਮਾਲਕ ਬਣਾ ਦਿੰਦਾ ਹੈ। ਕਹਿੰਦੇ ਜਦੋਂ ਦਸਤਗੀਰ ਪੀਰ ਨੂੰ ਇਹ ਤਿੰਨੇ ਸਵਾਲਾਂ ਦੇ ਜਵਾਬ ਦਿੱਤੇ ਨਾ, ਬੜਾ ਹੈਰਾਨ ਹੋਇਆ ਕਿ ਇੰਨੀ ਹਾਜ਼ਰ ਜਵਾਬੀ ਦੇ ਨਾਲ ਜਵਾਬ, ਤੇ ਜਵਾਬ ਵੀ ਕਿਆ ਕਮਾਲ ਦੇ ਹਨ, ਜਿਹੜੇ ਸਮਝ ਦੇ ਅੰਦਰ ਬੜੇ ਚੰਗੇ ਤਰੀਕੇ ਦੇ ਨਾਲ ਆਉਂਦੇ ਹਨ। ਮੈਂ ਤਾਂ ਬੇਨਤੀ ਕੀਤੀ ਕਿ ਅੱਜ ਦਾ ਪਾਵਨ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਸ ਅੰਦਰ ਬਖਸ਼ਿਸ਼ ਕੀਤੀ ਕਿ ਪਰਮਾਤਮਾ ਨੇ ਇਹ ਸਭ ਸ੍ਰਿਸ਼ਟੀ ਨੂੰ ਉਪਾਇਆ, ਓੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸ਼ਾ, ਤੇਰੀ ਵਡਿਆਈ ਪਰਮਾਤਮਾ, ਤੂੰ ਸ੍ਰਿਸ਼ਟੀ ਨੂੰ ਆਪ ਬਣਾਇਆ ਹੈ ਤੇ ਇਸ ਤੋਂ ਪਹਿਲਾਂ ਵੀ ਇਸ ਸ੍ਰਿਸ਼ਟੀ ਅੰਦਰ ਤੂੰ ਹੀ ਵਸਦਾ ਸੈਂ ਤੇ ਹੁਣ ਵੀ ਤੇਰਾ ਹੀ ਵਾਸ ਹੈ। ਇਹ ਖੇਡ ਤਮਾਸ਼ਾ, ਇਹ ਸਭ ਕੁਝ ਜਿੰਨਾ ਕੁਝ ਵੀ ਰਚਨਾ ਸੰਸਾਰ ਦੇ ਅੰਦਰ ਦਿਸਦੀ ਹੈ, ਇਹ ਸਭ ਕੁਝ ਤੇਰੀ ਵਡਿਆਈ ਹੈ। ਆਪੇ ਵੇਖ ਕਰੇ ਸਭ ਸਾਚਾ, ਆਪੇ ਭੰਨ ਕੜਾਏਂਦਾ। ਕਹਿੰਦੇ ਉਹ ਪਰਮਾਤਮਾ ਆਪੇ ਹੀ ਜੀਵਾਂ ਨੂੰ ਵੱਖ-ਵੱਖ ਕਰਕੇ ਇਹਨਾਂ ਦੇ ਅੰਦਰ ਕਿਸਮਾਂ ਬਣਾਉਂਦਾ ਹੈ। ਵੱਖ-ਵੱਖ ਜੀਵ ਹਨ, ਵੱਖ-ਵੱਖ ਤਰ੍ਹਾਂ ਦੇ ਰੂਪ ਰੰਗ ਹਨ ਤੇ ਆਪੇ ਭੰਨ ਕੜਾਏਂਦਾ। ਆਪੇ ਹੀ ਉਹ ਬਣਾਉਣ ਵਾਲਾ ਹੈ, ਆਪੇ ਹੀ ਉਹ ਭੰਨਣ ਵਾਲਾ ਹੈ। ਸੰਸਾਰ ਨੂੰ ਜਨਮ ਵੀ ਦਿੰਦਾ ਹੈ, ਜੀਵਾਂ ਨੂੰ ਜਨਮ ਦੇ ਕੇ ਜੀਵਾਂ ਦਾ ਹਰਨ ਕਰਨ ਵਾਲਾ, ਮੌਤ ਦੇਣ ਵਾਲਾ ਵੀ ਉਹ ਪਰਮਾਤਮਾ ਆਪ ਹੈ। ਬਾਜੀਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਜ਼ਰੀ ਆਈ। ਕਹਿੰਦੇ ਉਸ ਪਰਮਾਤਮਾ ਪ੍ਰਭੂ ਬਾਜੀਗਰ ਨੇ ਇਹ ਸੰਸਾਰ ਦੇ ਅੰਦਰ ਇੱਕ ਬਾਜੀ ਪਾਈ ਹੈ ਕਿ ਪੂਰੇ ਗੁਰ ਤੇ ਨਜ਼ਰੀ ਆਈ। ਜਿਹੜੀ ਨਜ਼ਰੀ ਗੁਰੂ ਦੀ ਕਿਰਪਾ ਰਾਹੀਂ ਆਉਂਦੀ ਹੈ। ਕਿਉਂਕਿ ਬਾਣੀ ਨੂੰ ਪੜ੍ਹੋ ਨਾ ਤੇ ਸਤਿਗੁਰੂ ਦੀ ਬਾਣੀ ਨੇ ਆਖਿਆ ਹੈ ਪਰਮਾਤਮਾ ਇੱਕ ਬਾਜੀਗਰ ਹੈ ਤੇ ਅਸੀਂ ਉਸ ਬਾਜੀਗਰ ਦੇ ਤਮਾਸ਼ੇ ਦੀਆਂ ਕੱਠ ਪੁਤਲੀਆਂ ਹਾਂ। ਜਿਵੇਂ ਇੱਕ ਬਾਜੀਗਰ ਕੱਠ ਪੁਤਲੀਆਂ ਨੂੰ ਤਮਾਸ਼ੇ ਦੇ ਅੰਦਰ ਜਦੋਂ ਬਾਜੀਗਰ ਤਮਾਸ਼ਾ ਲਾਉਂਦਾ ਹੈ, ਲੋਕ ਇਕੱਠੇ ਹੋ ਕੇ ਆਉਂਦੇ ਹਨ, ਗੋਲ ਚੱਕਰ
ਚੱਕਰ ਬਣ ਜਾਂਦਾ ਹੈ, ਉਸ ਦੇ ਤਮਾਸ਼ੇ ਨੂੰ ਵੇਖਦੇ ਹਨ ਤੇ ਆਪਣੀਆਂ ਉਂਗਲਾਂ ਦੇ ਉੱਪਰ ਉਹ ਕਠਪੁਤਲੀਆਂ ਨੂੰ ਨਚਾਉਂਦਾ ਹੈ। ਕਹਿੰਦੇ ਇਹ ਪਰਮਾਤਮਾ ਇੱਕ ਬਾਜੀਗਰ ਹੈ ਤੇ ਅਸੀਂ ਜੀਵ ਉਸ ਦੀਆਂ ਕਠਪੁਤਲੀਆਂ ਹਾਂ। ਜਿਵੇਂ ਉਹ ਨਚਾਉਂਦਾ ਹੈ ਅਸੀਂ ਉਵੇਂ ਨੱਚਦੀਆਂ ਹਾਂ, ਜਿਵੇਂ ਉਹ ਪਰਮਾਤਮਾ ਸਾਨੂੰ ਚਲਾਉਂਦਾ ਹੈ ਇਹ ਅਸੀਂ ਉਸ ਦੀਆਂ ਕਠਪੁਤਲੀਆਂ ਉਵੇਂ ਉਵੇਂ ਚੱਲੀ ਜਾਂਦੀਆਂ ਹਨ। ਬਾਣੀ ਦੇ ਅੰਦਰ ਸਤਿਗੁਰੂ ਨੇ ਆਖਿਆ ਹੈ ਕਿ ਅਸੀਂ ਤਾਂ ਉਸ ਦੇ ਦਿੱਤੀਆਂ ਹੋਈਆਂ ਇੱਕ ਕਾਠ ਦੀਆਂ, ਇੱਕ ਲੱਕੜ ਦੀਆਂ ਕਠਪੁਤਲੀਆਂ ਹਾਂ। ਕਿ ਕਾਠ ਕੀ ਪੁਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਉਹ ਬਾਜੀਗਰ, ਇਹ ਤੈਸੋ ਹੀ ਸਾਜ ਆਨੈ। ਇਹ ਕਠਪੁਤਲੀ ਉਵੇਂ ਦਾ ਹੀ ਭੇਖ ਕਰਦੀ ਹੈ ਜਿਵੇਂ ਦਾ ਉਹ ਪਰਮਾਤਮਾ ਕਰਾਉਂਦਾ ਹੈ। ਕਹਿੰਦੇ ਬਾਜੀਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ, ਨਦਰੀ ਤੇ ਨਜ਼ਰੀ ਉਹ ਗੁਰੂ ਕਿਰਪਾ ਰਾਹੀਂ ਆਉਂਦੀ ਹੈ। ਸਦਾ ਲਿਪਤ ਰਹਿ ਗੁਰ ਸ਼ਬਦੇ, ਸਾਚੇ ਸਿਉ ਚਿਤ ਲਾਇੰਦਾ। ਤੇ ਉਹ ਮਨੁੱਖ ਜਿਹੜਾ ਇਸ ਬਾਜੀ ਨੂੰ ਤਮਾਸ਼ੇ ਨੂੰ ਸਮਝ ਲੈਂਦਾ ਹੈ, ਕਹਿੰਦੇ ਸਦਾ ਅਲਿਪਤ, ਅਲਿਪਤ ਕਹਿੰਦੇ ਹਨ ਨਿਰਲੇਪ, ਜਿਹੜਾ ਮਾਇਆ ਦੇ ਲੇਪ ਤੋਂ ਰਹਿਤ ਹੈ, ਜਿਹੜਾ ਨਿਰਲੇਪ ਹੈ। ਕਹਿੰਦੇ ਸਦਾ ਅਲਿਪਤ ਰਹਿ ਗੁਰ ਸ਼ਬਦੀ, ਸਾਚੇ ਸਿਉ ਚਿਤ ਲਾਇੰਦਾ। ਕਹਿੰਦੇ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆ, ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਨੂੰ ਜਿਉਂਦਿਆਂ ਹੋਇਆ ਉਹ ਮਨੁੱਖ ਜਿਹੜਾ ਹੈ ਅਲਿਪਤ ਹੋ ਜਾਂਦਾ ਹੈ, ਉਹ ਨਿਰਾਲਮ ਹੋ ਜਾਂਦਾ ਹੈ। ਤੇ ਆਪ ਜਦੋਂ ਬਾਣੀ ਨੂੰ ਪੜ੍ਹੋ ਨਾ ਸਿੱਧ ਗੋਸ਼ਟ ਨੂੰ, ਤੇ ਜਦੋਂ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਨਾ ਕਿ ਇਸ ਸੰਸਾਰ ਦੇ ਅੰਦਰ ਵਿਚਰਨ ਦਾ ਤਰੀਕਾ ਕੀ ਹੈ, ਮਨੁੱਖ ਇਸ ਮਾਇਆ ਤੋਂ ਨਿਰਲੇਪ ਕਿਵੇਂ ਰਹਿ ਸਕਦਾ ਹੈ, ਤੇ ਉਹਨਾਂ ਨੇ ਦੋ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਮਨੁੱਖ ਮਾਇਆ ਦੇ ਅੰਦਰ ਵੀ ਰਵੇ, ਪਰਿਵਾਰ ਦੇ ਅੰਦਰ ਵੀ ਹੈ, ਗ੍ਰਸਤੀ ਜੀਵਨ ਨੂੰ ਵੀ ਮੰਨਦਾ ਹੈ। ਗ੍ਰਸਤੀ ਜੀਵਨ ਨੂੰ ਜਿਉਂਦਿਆਂ ਹੋਇਆਂ, ਘਰ ਪਰਿਵਾਰ ਦੇ ਅੰਦਰ ਕੰਮਕਾਰ ਕਰਦਿਆਂ ਹੋਇਆਂ ਇਹ ਨਿਰਲੇਪ ਕਿਵੇਂ ਰਹਿ ਸਕਦਾ ਹੈ। ਕਿਉਂਕਿ ਉਹ ਸਿੱਧ ਅਤੇ ਜਿਹੜੇ ਜੋਗੀ ਹਨ ਉਹ ਸੰਸਾਰ ਨੂੰ ਮਾਇਆ ਕਹਿੰਦੇ ਹਨ ਕਿ ਇਹ ਸੰਸਾਰ ਮਾਇਆ ਹੈ, ਇਸ ਦੇ ਅੰਦਰ ਰਹਿ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ। ਪਰ ਸਤਿਗੁਰੂ ਨੇ ਆਖਿਆ ਇਹ ਸੰਸਾਰ ਮਾਇਆ ਨਹੀਂ, ਇਹ ਤਾਂ ਇੱਕ ਤਰੀਕੇ ਦਾ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਣਾ ਹੈ। ਜਿਹੜੇ ਲੋਕ ਆਖਦੇ ਹਨ ਕਿ ਸੰਸਾਰ ਮਾਇਆ ਹੈ, ਉਹਨਾਂ ਨੇ ਆਖਿਆ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ, ਜੀਵਨ ਨੂੰ ਬਸਰ ਕਰਦਿਆਂ ਹੋਇਆਂ, ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਕਾਲਖ ਤੋਂ ਰਹਿਤ ਕਿਵੇਂ ਰਹਿਣਾ ਹੈ। ਉਹਨਾਂ ਨੇ ਦੋ ਉਦਾਹਰਨਾਂ ਵਰਤੀਆਂ ਹਨ। ਕਹਿੰਦੇ ਇੱਕ ਉਦਾਹਰਨ ਵਰਤੀ ਹੈ ਉਹਨਾਂ ਨੇ ਕਮਲ ਦੇ ਫੁੱਲ ਦੀ। ਕਹਿੰਦੇ ਜਿਵੇਂ ਪਾਣੀ ਵਿੱਚ ਰਹਿੰਦਾ ਹੋਇਆ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਵੀ ਹੈ, ਪਰ ਜਿਹੜਾ ਪਾਣੀ ਹੈ ਉਸ ਦੀਆਂ ਪੰਖੜੀਆਂ ਨੂੰ, ਉਸ ਦੀਆਂ ਪੱਤੀਆਂ ਨੂੰ ਛੋਹ ਵੀ ਜਾਵੇ, ਉਸ ਦੀਆਂ ਪੱਤੀਆਂ ਤੇ ਟਿਕਦਾ ਨਹੀਂ। ਕਹਿੰਦੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ, ਉਸ ਦੀਆਂ ਪੱਤੀਆਂ ਉੱਪਰ ਪਾਣੀ ਟਿਕ ਨਹੀਂ ਪਾਉਂਦਾ। ਤੇ ਦੂਸਰੀ ਉਦਾਹਰਨ ਵਰਤੀ ਹੈ ਉਹਨਾਂ ਨੇ ਮੁਰਗਾਈ ਦੀ, ਮੁਰਗਾਬੀ ਦੀ। ਕਹਿੰਦੇ ਮੁਰਗਾਬੀ ਅਜਿਹਾ ਪੰਛੀ ਹੈ, ਕਹਿੰਦੇ ਜਦੋਂ ਇਹ ਅਸਮਾਨ ਵਿੱਚ ਉੜਦਾ ਵੀ ਹੋਵੇ ਨਾ, ਤੇ ਅਸਮਾਨ ਵਿੱਚ ਉੜਦਾ ਉੜਦਾ ਵੀ ਇਹ ਜੇ ਕਿਤੇ ਤਲਾਅ ਦੇ ਅੰਦਰ ਜਾਂ ਸਰੋਵਰ ਕਿਸੇ ਨਦੀ ਦੇ ਅੰਦਰ ਚੁੱਭੀ ਵੀ ਲਾ ਲਵੇ, ਤੇ ਇਹ ਦੁਬਾਰਾ ਜਦੋਂ ਉੜਦਾ ਹੈ ਆਪਣੇ ਸੁੱਕੇ ਪੰਖ ਲੈ ਕੇ ਫਿਰ ਦੁਬਾਰਾ ਉਸੇ ਤਰੀਕੇ ਨਾਲ ਉੱਡ ਜਾਂਦਾ ਹੈ। ਇਸ ਦੇ ਪੰਖ ਜਿਹੜੇ ਹਨ ਕਹਿ ਲੋ ਕਿ ਗਿੱਲੇ ਨਹੀਂ ਹੁੰਦੇ। ਉਹਨਾਂ ਨੇ ਆਖਿਆ ਜਿਵੇਂ ਕਮਲ ਦਾ ਫੁੱਲ ਤੇ ਜਿਵੇਂ ਮੁਰਗਾਬੀ ਪਾਣੀ ਦੇ ਅੰਦਰ ਚੁੱਭੀ ਲਾਉਂਦੀ ਹੈ, ਦੁਬਾਰਾ ਪਾਣੀ ਦੇ ਵਿੱਚੋਂ ਫਿਰ ਉਵੇਂ ਨਿਰਲੇਪ ਰਹਿ ਕੇ, ਪਾਣੀ ਤੋਂ ਰਹਿਤ ਰਹਿ ਕੇ ਉੱਡ ਜਾਂਦੀ ਹੈ, ਦੁਬਾਰਾ ਆਪਣੇ ਜੀਵਨ ਨੂੰ ਮੰਨਦੀ ਹੈ। ਤੂੰ ਵੀ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ, ਇਸ ਸੰਸਾਰ ਦੀ ਮਾਇਆ ਦੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਦੀ ਕਿਰਪਾ ਦੇ ਰਾਹੀਂ ਇਸ ਮਾਇਆ ਤੋਂ ਨਿਰਲੇਪ ਰਹਿ, ਜਿਵੇਂ ਕਮਲ ਦਾ ਫੁੱਲ ਹੈ, ਜਿਵੇਂ ਉਹ ਪੰਛੀ ਮੁਰਗਾਬੀ ਹੈ। ਜਿੱਥੇ ਉਹਨਾਂ ਨੇ ਆਖਿਆ ਕਿ ਸ਼ਬਦ ਸੁਰਤ ਭਵ ਸਾਗਰ ਤਰੀਐ, ਇਹ ਸਤਿਗੁਰੂ ਨੇ ਤਰੀਕਾ ਸਮਝਾਇਆ ਹੈ, ਇਹ ਸਾਨੂੰ ਸਮਝ ਦਿੱਤੀ ਕਿ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਇਹ ਇੱਕ ਸੌਖਾ ਢੰਗ ਹੈ ਕਿ ਮਨੁੱਖ ਜਿਹੜਾ ਹੈ ਅਲਿਪਤ ਰਹਿ ਸਕਦਾ ਹੈ, ਇਸ ਤੋਂ ਨਿਰਲੇਪ ਰਹਿ ਸਕਦਾ ਹੈ। ਬਾਜੈ ਬਾਜੇ ਧੁਨ ਆਕਾਰਾ, ਆਪ ਵਜਾਏ ਵਜਾਵਣ ਹਾਰਾ। ਕਹਿੰਦੇ ਇਹ ਸਰੀਰ ਉਸ ਪਰਮਾਤਮਾ ਦਾ ਦਿੱਤਾ ਹੋਇਆ ਇੱਕ ਵਾਜਾ ਹੈ। ਜਿਵੇਂ ਉਹ ਪਰਮਾਤਮਾ ਇਸ ਸਰੀਰ ਨੂੰ ਵਜਾਉਂਦਾ ਹੈ, ਜਿਵੇਂ ਉਸ ਦਾ ਹੁਕਮ ਆਉਂਦਾ ਹੈ, ਇਹ ਸਰੀਰ ਇੱਕ ਵਾਜਾ ਰੂਪੀ ਹੈ। ਕਹਿੰਦੇ ਇਹ ਸਰੀਰ ਵੀ ਜਿਵੇਂ ਪਰਮਾਤਮਾ ਵਜਾਉਣਾ ਚਾਹੁੰਦਾ ਹੈ, ਉਹ ਵਜਾਉਣ ਵਾਲਾ ਪਰਮਾਤਮਾ ਵਜਾ ਰਿਹਾ ਹੈ। ਘਟ ਘਟ ਪਾਉਣ ਵਹੈ ਇੱਕ ਰੰਗੀ, ਮਿਲ ਪਵਣ ਸਭ ਵਜਾਇਂਦਾ। ਤੇ ਹਰ ਇੱਕ ਦੇ ਅੰਦਰ ਉਸ ਪਰਮਾਤਮਾ ਨੇ ਇਹ ਸਵਾਸਾਂ ਦੀ ਪੂੰਜੀ ਦਿੱਤੀ ਹੈ। ਕਹਿੰਦੇ ਜਿੰਨਾ ਸਮਾਂ ਸਰੀਰ ਅੰਦਰ ਸਵਾਸ ਹਨ ਇਹ ਪਵਨ ਹੈ, ਉਹਨਾਂ ਸਮਾਂ ਇਹ ਵਾਜਾ ਸਰੀਰ ਦਾ ਵੱਜਦਾ ਹੈ। ਜਦੋਂ ਉਸ ਦੀ ਕਿਰਪਾ ਹੁੰਦੀ ਹੈ, ਉਹ ਵਜਾਉਣ ਵਾਲਾ ਜਿੰਨਾ ਸਮਾਂ ਚਾਹੁੰਦਾ ਹੈ ਇਸ ਵਾਜੇ ਨੂੰ ਵਜਾਈ ਜਾ ਰਿਹਾ ਹੈ। ਕਰਤਾ ਕਰੇ ਸੁਨੇਚੋ ਹੋਵੇ, ਗੁਰ ਕੈ ਸਬਦੇ ਹੋਮੈ ਖੋਵੇ। ਕਹਿੰਦੇ
ਜਿਹੜਾ ਕੁਝ ਕਰਤਾ ਕਰਦਾ ਹੈ ਨਿਹਚੋ ਹੋਵੇ ਉਹ ਹੁੰਦਾ ਜ਼ਰੂਰ ਹੈ। ਕਰਤਾ ਕਰੇ ਸੋ ਨਿਹਚੋ ਹੋਵੇ, ਜਿਹੜਾ ਕਰਤਾ ਪਰਮਾਤਮਾ ਕਰਦਾ ਹੈ ਨਿਹਚੋ ਦਾ ਭਾਵ ਹੁੰਦਾ ਹੈ ਜ਼ਰੂਰ। ਕਹਿੰਦੇ ਨਿਹਚੋ ਹੋਵੇ ਉਹ ਹੋ ਕੇ ਜ਼ਰੂਰ ਰਹਿੰਦਾ ਹੈ। ਇੱਕ ਗੱਲ ਜ਼ਰੂਰੀ ਹੈ ਕਿ ਸਾਡਾ ਅਕੀਦਾ, ਸਾਡੀ ਪ੍ਰਤੀਤ, ਸਾਡਾ ਭਰੋਸਾ ਗੁਰੂ ਤੇ ਜ਼ਰੂਰ ਹੋਣਾ ਚਾਹੀਦਾ ਹੈ। ਜੇ ਸਾਡਾ ਅਕੀਦਾ ਭਰੋਸਾ ਗੁਰੂ ਤੇ ਨਹੀਂ ਹੈ ਨਾ ਤੇ ਅਸੀਂ ਗੁਰੂ ਦੇ ਕੋਲੋਂ ਬਖਸ਼ਿਸ਼ਾਂ ਵੀ ਨਹੀਂ ਪ੍ਰਾਪਤ ਕਰ ਸਕਦੇ। ਗੁਰੂ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਤਰੀਕਾ ਇਹ ਹੈ ਕਿ ਸਾਨੂੰ ਇਹ ਗੱਲ ਉੱਤੇ ਯਕੀਨ, ਅਕੀਦਾ ਜ਼ਰੂਰ ਹੋਵੇ ਕਿ ਜਿਹੜਾ ਕੁਝ ਪਰਮਾਤਮਾ ਕਰਦਾ ਹੈ ਉਹ ਸੰਸਾਰ ਉੱਪਰ ਹੁੰਦਾ ਹੈ। ਉਸ ਦੇ ਕੋਲ ਹਰ ਸਮਰੱਥਾ, ਹਰ ਤਾਕਤ, ਹਰ ਉਹ ਪਾਵਰ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਕੁਝ ਵੀ ਕਰ ਸਕਦਾ ਹੈ। ਕਰਤਾ ਕਰੇ ਸੋ ਨਿਹਚੋ ਹੋਵੇ ਉਹ ਹੁੰਦਾ ਜ਼ਰੂਰ ਹੈ। ਗੁਰ ਕੇ ਸ਼ਬਦ ਹੋਮੈ ਖੁਵੈ, ਤੇ ਮਨੁੱਖ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਇਸ ਜੀਵਨ ਅੰਦਰੋਂ ਹੋਮੈ ਨੂੰ ਖਤਮ ਕਰਦਾ ਹੈ। ਗੁਰ ਪ੍ਰਸਾਦਿ ਕਿਸ ਦੇ ਵਡਿਆਈ, ਨਾਮੋ ਨਾਮ ਧਿਆਇਂਦਾ। ਕਹਿੰਦੇ ਗੁਰੂ ਜਿਸ ਉੱਪਰ ਕਿਰਪਾ ਕਰੇ, ਜਿਹੜਾ ਗੁਰੂ ਦੀ ਪ੍ਰਸਾਦ ਰਾਹੀਂ, ਕਿਰਪਾ ਰਾਹੀਂ ਵਡਿਆਈ ਪ੍ਰਾਪਤ ਕਰ ਲਵੇ, ਉਹ ਪਰਮਾਤਮਾ ਦੇ ਨਾਮ ਨੂੰ ਵਿੱਚ ਜੁੜਿਆ ਹੋਇਆ ਉਸ ਦੀ ਵਡਿਆਈ, ਉਸ ਦੀ ਸਿਫਤ ਗਾਉਂਦਾ ਹੈ। ਗੁਰ ਸੇਵੇ ਜੇ ਵਡ ਹੋਰ ਲਾਹ ਨਾਹੀ, ਨਾਮੋ ਮਨ ਵਸੈ ਨਾਮੋ ਸਲਾਹੀ। ਕਹਿੰਦੇ ਗੁਰੂ ਦੀ ਸੇਵਾ ਜਿੰਨਾ, ਗੁਰੂ ਦੀ ਸ਼ਰਨ ਆਉਣ ਜਿੰਨਾ ਹੋਰ ਕੋਈ ਵੱਡਾ ਲਾਹਾ ਨਹੀਂ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਜਾਵੇ, ਕਹਿੰਦੇ ਇਸ ਤੋਂ ਵੱਡਾ ਲਾਭ, ਇਸ ਤੋਂ ਵੱਡਾ ਹੋਰ ਕੋਈ ਵੀ ਜ਼ਿੰਦਗੀ ਦੇ ਅੰਦਰ ਲਾਹਾ ਨਹੀਂ ਹੈ। ਤੇ ਇੱਕ ਬਚਨ ਆਪ ਜਦੋਂ ਭਗਤ ਕਬੀਰ ਜੀ ਦੇ ਸ਼ਲੋਕਾਂ ਨੂੰ ਪੜ੍ਹੋ ਨਾ, ਉਹਨਾਂ ਨੇ ਬੜਾ ਪਿਆਰਾ ਬਚਨ ਬਿਆਨ ਕੀਤਾ ਹੈ ਕਿ ਮਨੁੱਖ ਕੋਲ ਜਿੰਨਾ ਵੀ ਸਮਾਂ ਹੋਵੇ ਨਾ, ਗੁਰੂ ਦੀ ਹਜ਼ੂਰੀ ਅੰਦਰ ਜ਼ਰੂਰ ਆਵੇ। ਕਹਿੰਦੇ ਇਹ ਇੱਕ ਹਜ਼ੂਰੀ, ਇੱਕ ਸ਼ਰਨ ਇਹੋ ਜੀ ਹੈ ਕਿ ਜਿਸ ਦੇ ਅੰਦਰ ਕੇਵਲ ਲਾਭ ਹੀ ਲਾਭ ਹੈ, ਲਾਹਾ ਹੀ ਲਾਹਾ ਹੈ। ਮਨੁੱਖ ਜ਼ਿੰਦਗੀ ਦੇ ਅੰਦਰ ਹੋਰ ਕਈ ਤਰੀਕੇ ਦੀ ਦੁਕਾਨਦਾਰੀ ਵੀ ਕਰਦਾ ਹੈ, ਵਪਾਰ ਵੀ ਕਰਦਾ ਹੈ, ਹਰ ਇੱਕ ਦਾ ਆਪਣਾ ਬਿਜ਼ਨਸ ਹੈ। ਕਹਿੰਦੇ ਹੋ ਸਕਦਾ ਹੈ ਮਨੁੱਖ ਨੂੰ ਕਾਰ ਵਿਹਾਰ ਦੇ ਅੰਦਰ, ਪੈਲੀ ਦੇ ਅੰਦਰ ਕਹਿ ਲਓ, ਜ਼ਮੀਨ ਦੇ ਅੰਦਰ ਘਾਟਾ ਵਾਧਾ ਹੋ ਸਕਦਾ ਹੈ, ਵਪਾਰ ਦੇ ਅੰਦਰ ਕਿਤੇ ਹਾਨੀ ਝੱਲਣੀ ਪੈ ਸਕਦੀ ਹੈ। ਪਰ ਕਹਿੰਦੇ ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ ਇੱਕ ਅਜਿਹਾ ਲਾਭ ਹੈ ਜਿਸ ਦੇ ਅੰਦਰੋਂ ਕੇਵਲ ਲਾਹਾ ਹੀ ਪ੍ਰਾਪਤ ਹੁੰਦਾ ਹੈ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਇਸ ਦੇ ਅੰਦਰ ਲਾਭ ਹੀ ਹੈ। ਜਿਹੜਾ ਗੁਰੂ ਦੀ ਸੰਗਤ ਕਰੇ ਇਸ ਦੇ ਅੰਦਰ ਫਾਇਦਾ ਹੀ ਹੈ, ਜੀਵਨ ਨੂੰ ਕੋਈ ਨੁਕਸਾਨ ਨਹੀਂ ਹੈ। ਕਹਿੰਦੇ ਗੁਰ ਸੇਵੈ ਜੇਵਡ ਹੋਰ ਲਾਹਾ ਨਹੀਂ, ਇਹੋ ਜਿਹਾ ਲਾਹਾ ਕੋਈ ਹੋਰ ਨਹੀਂ ਹੈ। ਤੇ ਅੱਗੇ ਉਹਨਾਂ ਨੇ ਆਖਿਆ ਨਾਮ ਮਨ ਵਸੈ ਨਾਮੋ ਸਲਾਹੀ, ਤੇ ਉਹ ਮਨੁੱਖ ਜਿਹੜਾ ਲਾਹਾ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਨਾਮ ਨੂੰ ਸਲਾਉਂਦਾ ਹੋਇਆ ਜੀਵਨ ਬਤੀਤ ਕਰਦਾ ਹੈ। ਨਾਮੋ ਨਾਮ ਸਦਾ ਸੁਖ ਦਾਤਾ, ਨਾਮੋ ਲਾਹਾ ਪਾਇਂਦਾ। ਕਹਿੰਦੇ ਗੁਰੂ ਦਾ ਨਾਮ ਹੀ ਜਿਹੜਾ ਹੈ ਸਭ ਸੁਖ ਦੇਣ ਵਾਲਾ ਹੈ। ਨਾਮੋ ਨਾਮ ਸਦਾ ਸੁਖ ਦਾਤਾ, ਨਾਮੋ ਲਾਹਾ ਪਾਇਂਦਾ। ਮਨੁੱਖ ਨਾਮ ਦੇ ਵਿੱਚ ਜੁੜਿਆ, ਆਪਣੀ ਸੁਰਤ ਕਰਕੇ, ਆਪਣੇ ਮਨ ਕਰਕੇ ਨਾਮ ਨੂੰ ਧਿਆਉਂਦਾ ਹੋਇਆ ਸੁਖ ਪ੍ਰਾਪਤ ਕਰਕੇ ਲਾਹਾ ਪਾ ਲੈਂਦਾ ਹੈ। ਬਿਨ ਨਾਮੈ ਸਭ ਦੁਖ ਸੰਸਾਰਾ, ਬਹੁ ਕਰਮ ਕਮਾਵੇ ਵਧੈ ਵਿਕਾਰਾ। ਕਹਿੰਦੇ ਜਿਹੜਾ ਮਨੁੱਖ ਬਿਨ ਨਾਮੈ ਸਭ ਦੁੱਖ ਸੰਸਾਰਾ, ਨਾਮ ਤੋਂ ਬਿਨਾ ਸੰਸਾਰ ਦੇ ਅੰਦਰ ਦੁੱਖ ਹੀ ਹਨ। ਬਹੁ ਕਰਮ ਕਮਾਵੇ ਵਧੈ ਵਿਕਾਰਾ। ਕਹਿੰਦੇ ਜਿਹੜਾ ਮਨੁੱਖ ਨਾਮ ਤੋਂ ਬਿਨਾ, ਗੁਰੂ ਦੀ ਸ਼ਰਨ ਆਇਆ ਬਿਨਾ, ਗੁਰੂ ਦੇ ਜਪ ਤਪ ਤੋਂ ਬਿਨਾ ਜੀਵਨ ਬਤੀਤ ਕਰਦਾ ਹੈ, ਕਹਿੰਦੇ ਕੇਵਲ ਤੇ ਕੇਵਲ ਦੁੱਖਾਂ ਦਾ ਭਾਗੀ ਹੀ ਹੈ। ਸਤਿਗੁਰੂ ਦੀ ਬਾਣੀ ਨੇ ਆਖਿਆ ਹੈ ਕਿ ਭਗਤ ਬਿਨਾ ਸਹਸਾ ਨੀ ਚੁਕੈ, ਗੁਰ ਇਹ ਭੇਦ ਬਤਾਵੇ। ਹਰ ਕੇ ਨਾਮ ਬਿਨਾ ਦੁੱਖ ਪਾਵੇ, ਨਾਮ ਤੋਂ ਬਿਨਾ ਮਨੁੱਖ ਦੁੱਖ ਹੀ ਪਾਉਂਦਾ ਹੈ। ਤੇ ਇੱਕ ਬੇਨਤੀ ਕਰਾਂ, ਜਦੋਂ ਗੁਰੂ ਦੀ ਕਿਰਪਾ ਵਾਪਰੇ ਤੇ ਇਹ ਦੁੱਖ ਜ਼ਿੰਦਗੀ ਦੇ ਅੰਦਰੋਂ ਖਤਮ ਵੀ ਹੋ ਜਾਂਦੇ ਹਨ। ਤੇ ਇੱਕ ਬਚਨ ਆਪ ਜੀ ਦੇ ਨਾਲ ਹੋਰ ਸਾਂਝਾ ਕਰਦਾ ਜਾਵਾਂ, ਜਦੋਂ ਵੀ ਆਪ ਬਾਣੀ ਨੂੰ ਪੜ੍ਹੋ ਨਾ, ਤੇ ਗੁਰੂ ਨੇ ਬਾਣੀ ਅੰਦਰ ਵਾਰ-ਵਾਰ ਆਖਿਆ ਕਿ ਮਨੁੱਖ ਜਿਹੜਾ ਹੈ ਸਤਿਗੁਰੂ ਦੀ ਸ਼ਰਨ ਆਇਆ ਦੁੱਖਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਜੀਵਨ ਦੇ ਅੰਦਰੋਂ ਦੁੱਖ, ਸਹਿਮ, ਦਰਿਦਰ ਸਭ ਖਤਮ ਹੋ ਜਾਂਦੇ ਹਨ। ਇੱਕ ਬੇਨਤੀ ਕਰਾਂ, ਸਤਿਗੁਰੂ ਦੀ ਬਾਣੀ ਨੇ ਕਿਤੇ ਵੀ ਇਹ ਨਹੀਂ ਆਖਿਆ ਕਿ ਜਿਹੜਾ ਮਨੁੱਖ ਨਾਮ ਜਪਦਾ ਹੈ, ਜਿਹੜਾ ਮਨੁੱਖ ਗੁਰੂ ਦਾ ਕਿਰਤੀ ਹੈ, ਜਿਹੜਾ ਮਨੁੱਖ ਗੁਰੂ ਦਾ ਸੇਵਕ ਹੈ, ਉਸ ਦੇ ਜੀਵਨ ਅੰਦਰ ਦੁੱਖ ਨਹੀਂ ਆਉਂਦਾ। ਕਿਤੇ ਵੀ ਬਾਣੀ ਅੰਦਰ ਇਹ ਨਹੀਂ ਲਿਖਿਆ ਕਿ ਜਿਹੜਾ ਗੁਰੂ ਰਤੀ ਰੂਹ ਹੈ ਉਸ ਉੱਪਰ ਦੁੱਖ ਨਹੀਂ ਆਉਂਦਾ। ਗੁਰੂ ਨੇ ਆਖਿਆ ਹੈ ਦੁੱਖ ਆਉਂਦਾ ਹੈ, ਦੁੱਖ ਪਾਉਂਦਾ ਨਹੀਂ। ਆਉਣਾ ਤੇ ਪਾਉਣਾ ਦੋ ਗੱਲਾਂ ਹੋ ਗਈਆਂ। ਦੁੱਖ ਆਉਂਦਾ ਤੇ ਹੈ, ਪਰ ਉਸ ਨੂੰ ਦੁੱਖ ਪਾਉਂਦਾ
ਆਉਂਦਾ ਨਹੀਂ। ਆਪ ਇਤਿਹਾਸ ਨੂੰ ਵੇਖ ਲਓ, ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ, ਮਾਛੀਵਾੜੇ ਦੇ ਜੰਗਲਾਂ ਵਿੱਚ ਰਹਿਣਾ, ਕੀ ਦੁੱਖ ਆਉਣਾ ਨਹੀਂ ਹੈ? ਗੁਰੂ ਪਾਤਸ਼ਾਹ ਜੀ ਦੇ ਜੀਵਨ ਅੰਦਰ ਆਪ ਦੁੱਖ ਆਇਆ ਹੈ, ਪਰ ਦੁੱਖ ਦਾ ਆਉਣਾ ਤੇ ਦੁੱਖ ਦਾ ਪਾਉਣਾ ਦੋ ਗੱਲਾਂ ਨੇ। ਦੁੱਖ ਆਉਂਦਾ ਤੇ ਹੈ, ਪਰ ਉਸ ਦੁੱਖ ਨੂੰ ਮੰਨਦੇ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਦੁੱਖ ਨੂੰ ਮੰਨਦੇ ਨੇ। ਕਹਿੰਦੇ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਅੰਦਰ ਕੇਵਲ ਦੁੱਖ ਹੀ ਹੈ, ਤੇ ਕਰਮ ਕਰਦਿਆਂ ਹੋਇਆਂ ਜੀਵਨ ਅੰਦਰ ਹੰਕਾਰ ਤੇ ਹੋਰ ਵਿਕਾਰ ਆਉਂਦੇ ਹਨ। ਨਾਮ ਨ ਸੇਵੈ ਕਿਉ ਸੁਖ ਪਾਈਐ, ਬਿਨ ਨਾਮੈ ਦੁਖ ਪਾਇਂਦਾ। ਕਹਿੰਦੇ ਜਿਹੜੇ ਨਾਮ ਨੂੰ ਸੇਵਦੇ ਨਹੀਂ, ਨਾਮ ਧਿਆਉਂਦੇ ਨਹੀਂ, ਤੇ ਕਿਵੇਂ ਸੁਖ ਪਾ ਲੈਣਗੇ? ਜੀਵਨ ਅੰਦਰ ਕਿਵੇਂ ਸੁਖ ਆਵੇਗਾ? ਕਿਉਂਕਿ ਸੁਖ ਵਾਲੇ ਰਾਹ ਪਾਸੇ ਤੁਰੇ ਹੀ ਨਹੀਂ। ਕਹਿੰਦੇ ਨਾਮ ਨਾ ਸੇਵੈ ਕਿਉ ਸੁਖ ਪਾਈਐ, ਬਿਨ ਨਾਮੈ ਦੁਖ ਪਾਇਂਦਾ। ਜੀਵਨ ਅੰਦਰ ਦੁੱਖ ਹੀ ਰਹਿ ਜਾਂਦਾ ਹੈ। ਆਪ ਕਰੇ ਤੈਂ ਆਪ ਕਰਾਏ, ਗੁਰ ਪ੍ਰਸਾਦੇ ਕਿਸੈ ਬੁਝਾਏ। ਕਹਿੰਦੇ ਪਰਮਾਤਮਾ ਜੋ ਕਰਦਾ ਹੈ ਆਪ ਹੀ ਕਰਨ ਵਾਲਾ ਹੈ। ਗੁਰੂ ਦੀ ਕਿਰਪਾ ਰਾਹੀਂ ਗੁਰ ਪ੍ਰਸਾਦੀ ਕਿਸੈ ਬੁਝਾਏ, ਕਿਸੇ ਵਿਰਲੇ ਮਨੁੱਖ ਨੂੰ ਉਹ ਸੋਝੀ ਦਿੰਦਾ ਹੈ। ਗੁਰਮੁਖ ਵੈਸੇ ਬੰਧਨ ਤੋੜੈ, ਮੁਕਤੀ ਕੈ ਘਰ ਪਾਇਂਦਾ। ਕਹਿੰਦੇ ਜਿਹੜਾ ਗੁਰਮੁਖ ਹੈ, ਜਿਹੜੇ ਗੁਰੂ ਦੇ ਦੁਆਰਾ ਜ਼ਿੰਦਗੀ ਨੂੰ ਬਤੀਤ ਕਰਦੇ ਹਨ, ਗੁਰਮੁਖ ਹੋਵੈ ਸੇ ਬੰਧਨ ਤੋੜੈ, ਉਹ ਬੰਧਨਾਂ ਤੋਂ ਖਲਾਸੀ ਕਰਾ ਲੈਂਦੇ ਹਨ। ਮੁਕਤੀ ਕੈ ਘਰ ਪਾਇਂਦਾ, ਅਤੇ ਜੀਵਨ ਮੁਕਤ ਹੋ ਜਾਂਦਾ ਹੈ। ਬੰਧ ਖਲਾਸੀ ਭਾਣਾ ਹੋਏ, ਇਹ ਬੰਧਨਾਂ ਤੋਂ ਖਲਾਸੀ, ਬੰਧਨਾਂ ਤੋਂ ਮੁਕਤੀ ਉਸ ਦੇ ਭਾਣੇ ਅੰਦਰ ਹੈ। ਕਹਿੰਦੇ ਮੁਕਤੀ ਕੈ ਘਰ ਪਾਇਂਦਾ, ਅਤੇ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਗਣਤ ਗਣੈ ਸੋ ਜਲੈ ਸੰਸਾਰਾ, ਸੈਸਾ ਮੂਲ ਨ ਚੁੱਕੈ ਵਿਕਾਰਾ। ਕਹਿੰਦੇ ਜਿਹੜੇ ਮਨੁੱਖ ਮਾਇਆ ਦੀ ਗਿਣਤੀ ਮਿਣਤੀ ਅੰਦਰ ਹੀ ਸੰਸਾਰ ਅੰਦਰ ਜ਼ਿੰਦਗੀ ਬਤੀਤ ਕਰਦੇ ਹਨ, ਤੇ ਅੱਗੇ ਆਖਿਆ ਉਹਨਾਂ ਨੇ ਸਹਿਸਾ ਮੂਲ ਨਾ ਚੁੱਕੈ ਵਿਕਾਰਾ। ਜ਼ਿੰਦਗੀ ਦੇ ਅੰਦਰੋਂ ਸਹਿਮ, ਜ਼ਿੰਦਗੀ ਦੇ ਅੰਦਰੋਂ ਇਹ ਜਿਹੜਾ ਕਹਿੰਦੇ ਸਹਿਮ ਡਰ ਕਦੇ ਵੀ ਖਤਮ ਨਹੀਂ ਹੁੰਦਾ, ਕਿਉਂਕਿ ਮਾਇਆ ਅੰਦਰ ਵੱਜੇ ਹੋਏ ਉਹ ਮਨੁੱਖ ਆਪਣੇ ਜੀਵਨ ਦੀ ਕਾਰ ਕਰਦੇ ਹਨ। ਗੁਰਮੁਖ ਵੈ ਸੋ ਸੱਚ ਨਾਮ ਸਲਾਹੇ, ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਇਂਦਾ। ਕਹਿੰਦੇ ਗੁਰੂ ਕਿਰਪਾ ਸਦਕਾ ਪਰਮਾਤਮਾ ਦੇ ਰੰਗ ਅੰਦਰ ਰਤਾ ਹੋਇਆ ਉਹ ਮਨੁੱਖ ਆਪਣੇ ਜੀਵਨ ਅੰਦਰ ਸੱਚ ਨਾਮ ਦੀ ਸਲਾਹਤਾ ਕਰ ਲੈਂਦਾ ਹੈ। ਗੁਰੂ ਦੀ ਵਡਿਆਈ ਕਰਦਿਆਂ ਕਰਦਿਆਂ ਜੀਵਨ ਉਹ ਅਵਸਥਾ ਤੱਕ ਪਹੁੰਚ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਕਹਿੰਦੇ ਗੁਰੂ ਦੇ ਨਾਮ ਵਿੱਚ ਰੰਗਿਆ ਹੋਇਆ ਅਵਸਥਾ ਉਹ ਬਣ ਜਾਂਦੀ ਹੈ ਗੁਰੂ, ਅਤੇ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਜਪ ਤਪ ਸੰਜਮ ਨਾਮ ਪਿਆਰਾ, ਕਿਲ ਵਿਖ ਕਾਟੇ ਕਾਟਣ ਹਾਰਾ। ਕਹਿੰਦੇ ਪਰਮਾਤਮਾ ਦਾ ਨਾਮ ਹੀ ਸਭ ਜਪ ਹੈ, ਸਭ ਤਪ ਹੈ, ਸੰਜਮ, ਇਹ ਸਭ ਕੁਝ ਕਹਿੰਦੇ ਪਰਮਾਤਮਾ ਦਾ ਨਾਮ ਦੇ ਅੰਦਰ ਹੀ ਹੈ। ਜਿਹੜਾ ਜਪ ਹੈ, ਜਿਹੜਾ ਤਪ ਹੈ, ਕਹਿੰਦੇ ਸਭ ਕੁਝ ਉਦੋਂ ਮਿਲ ਜਾਂਦਾ ਹੈ ਜਦੋਂ ਨਾਮ ਨੂੰ ਧਿਆ ਲਈਏ, ਨਾਮ ਜੀਵਨ ਅੰਦਰ ਵਸ ਜਾਵੇ। ਬਾਣੀ ਨੇ ਆਖਿਆ ਜੀਵਨ ਦਾ ਸਭ ਤੋਂ ਵੱਡਾ ਸੁਖ ਹੀ ਇਹ ਹੈ। ਤੇ ਕਿਲ ਵਿਖ ਕਾਟੇ ਕਾਟਣ ਹਾਰਾ, ਉਹ ਕੱਟਣਹਾਰ ਪਰਮਾਤਮਾ ਜ਼ਿੰਦਗੀ ਦੇ ਅੰਦਰੋਂ ਸਭ ਦੁੱਖ ਕੱਟ ਦੇ ਹੈ। ਹਰਿ ਕੈ ਨਾਮ ਤਨ ਮਨ ਸੀਤਲ ਹੋਆ, ਸਹਜੇ ਸਹਜ ਸਮਾਇਂਦਾ। ਕਹਿੰਦੇ ਪਰਮਾਤਮਾ ਦੇ ਨਾਮ ਸਦਕਾ ਇਹ ਤਨ ਅਤੇ ਮਨ ਸ਼ੀਤਲ ਹੋ ਜਾਂਦਾ ਹੈ। ਸ਼ੀਤਲ ਦਾ ਭਾਵ ਹੁੰਦਾ ਹੈ ਠੰਡਾ। ਕਹਿੰਦੇ ਇਹ ਤਨ ਅਤੇ ਮਨ ਸ਼ੀਤਲ ਹੋ ਜਾਂਦਾ ਹੈ, ਸਹਜੇ ਸਹਿਜ ਸਮਾਇਂਦਾ। ਕਹਿੰਦੇ ਫਿਰ ਸਹਜੇ ਹੀ ਪਰਮਾਤਮਾ ਅੰਦਰ ਸਮਾ ਜਾਂਦਾ ਹੈ। ਇੱਕ ਬਚਨ ਸਾਂਝਾ ਕਰਾਂ, ਫਿਰ ਅੱਗੇ ਵਿਚਾਰ ਕਰਾਂਗੇ। ਸਤਿਗੁਰੂ ਦੀ ਬਾਣੀ ਨੇ ਆਖਿਆ ਮਨੁੱਖ ਜਿੰਨਾ ਮਰਜੀ ਯਤਨ ਕਰ ਲਵੇ, ਚੰਦਨ ਨੂੰ ਠੰਡਾ ਮੰਨਿਆ ਜਾਂਦਾ ਹੈ। ਕਹਿੰਦੇ ਭਾਵੇਂ ਚੰਦਨ ਦਾ ਲੇਪ ਲਾ ਲਵੇ, ਹੋਰ ਜਿੰਨੇ ਮਰਜੀ ਭਾਵੇਂ ਇਹ ਠੰਡਕਤਾ ਦੇ ਤਰੀਕੇ ਵਰਤ ਲਵੇ, ਜੇ ਇਹ ਆਪਣੇ ਅੰਦਰ ਆਤਮੇ ਨੂੰ ਠੰਡਾ ਕਰਨ ਲਈ ਤਿਆਰ ਨਹੀਂ ਹੈ ਨਾ, ਜੇ ਅੰਦਰੋਂ ਖਿਜਿਆ ਹੋਇਆ ਹੈ, ਜੇ ਅੰਦਰ ਤਪਸ਼ ਹੈ, ਅੰਦਰੋਂ ਲੋਕਾਂ ਨਾਲ ਵੈਰ ਵਿਰੋਧ ਹੈ, ਕਹਿੰਦੇ ਇਹ ਬਾਹਰੀ ਤੌਰ ਤੇ ਜਿੰਨਾ ਮਰਜੀ ਭਾਵੇਂ ਏਸੀ ਅੰਦਰ ਕਹਿ ਲੋ ਬੈਠਾ ਹੈ, ਭਾਵੇਂ ਚੰਦਨ ਦਾ ਲੇਪ ਕੀਤਾ ਹੈ, ਕਹਿੰਦੇ ਇਹ ਮਨੁੱਖ ਅੰਦਰੋਂ ਉਹਨਾਂ ਸਮਾਂ ਸ਼ੀਤਲ ਨਹੀਂ ਹੋ ਸਕਦਾ ਜਿੰਨਾ ਸਮਾਂ ਆਪਣੇ ਮਨ ਨੂੰ ਠੰਡਾ ਕਰਨ ਲਈ ਨਹੀਂ ਤਿਆਰ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ। ਕਿਵੇਂ ਸ਼ੀਤਲਤਾ ਹੋਣੀ ਹੈ? ਜਪੰਦੜੋ ਹਰ ਨਾਮ, ਨਾਮ ਨੂੰ ਜਪ ਕੇ ਸ਼ੀਤਲਤਾਈ ਹੈ। ਤੇ ਉਹਨਾਂ ਨੇ ਆਖਿਆ ਤਨ ਮਨ ਸ਼ੀਤਲ ਹੋਆ, ਸਹਜੇ ਸਹਿਜ ਸਮਾਇਂਦਾ। ਇਹ ਤਨ ਅਤੇ ਮਨ ਸ਼ੀਤਲ ਹੁੰਦਾ ਹੈ। ਅੰਤਰ ਲੋਭ ਮਨ ਮੈਲੇ ਮਲ ਲਾਏ, ਮੈਲੇ
ਕਰਮ ਕਰੇ ਦੁਖ ਪਾਏ। ਤੇ ਅੰਦਰ ਲੋਭ ਹੈ, ਅੰਦਰ ਜਿਹੜਾ ਹੈ ਲਾਲਚ ਹੈ, ਤੇ ਲਾਲਚ ਵਸ ਪਿਆ ਹੋਇਆ, ਕਰਮ ਵੀ ਲਾਲਚ ਦੇ ਵਸ ਪਿਆ ਹੋਇਆ, ਮੈਲੇ ਹੀ ਕਰਦਾ ਹੈ। ਕੂੜ ਕੂੜ ਕਰੇ ਵਪਾਰਾ, ਕੂੜ ਬੋਲ ਦੁਖ ਪਾਏਂਦਾ। ਤੇ ਕਹਿੰਦੇ ਕੂੜ ਕਹਿੰਦੇ ਹਨ ਝੂਠ ਨੂੰ, ਕਹਿੰਦੇ ਵਪਾਰ ਵੀ ਇਸ ਦਾ ਝੂਠਾ ਹੈ। ਕੂੜੋ ਕੂੜ ਕਰੇ ਵਪਾਰਾ, ਕੂੜ ਬੋਲ ਦੁੱਖ ਪਾਏਂਦਾ, ਤੇ ਝੂਠ ਬੋਲ ਕੇ ਜ਼ਿੰਦਗੀ ਅੰਦਰ ਕੇਵਲ ਦੁੱਖ ਹੀ ਪ੍ਰਾਪਤ ਕਰਦਾ ਹੈ। ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੇ ਸਹਸਾ ਜਾਏ। ਕਹਿੰਦੇ ਜਿਹੜੇ ਇਸ ਨਿਰਬਲ ਬਾਣੀ ਨੂੰ ਮਨ ਅੰਦਰ ਵਸਾ ਲੈਂਦੇ ਹਨ, ਗੱਲ ਹੈ ਮਨ ਅੰਦਰ ਵਸਾਉਣ ਦੀ, ਗੱਲ ਹੈ ਮਨ ਅੰਦਰ ਟਿਕਾਉਣ ਦੀ, ਤੇ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਜਿਹੜਾ ਇੱਕ ਲਿਵ ਹੋ ਕੇ ਸਤਿਗੁਰੂ ਦੀ ਬਾਣੀ ਨੂੰ ਸੁਣ ਵੀ ਲਵੇ ਨਾ, ਤੇ ਸਤਿਗੁਰੂ ਦੀ ਬਾਣੀ ਨੂੰ ਸੁਣਨ ਦੇ ਨਾਲ ਹੀ ਕਰੋੜਾਂ ਪੁੰਨ ਮਿਲ ਜਾਂਦੇ ਹਨ। ਕੋਟ ਪੁੰਨ ਸੁਣ ਹਰ ਕੀ ਬਾਣੀ, ਕਹਿੰਦੇ ਹਰ ਦੀ ਬਾਣੀ ਨੂੰ, ਪਰਮਾਤਮਾ ਦੀ ਬਾਣੀ ਨੂੰ ਸੁਣਨਾ ਕੋਟ ਪੁੰਨ, ਕਰੋੜਾਂ ਪੁੰਨ ਨੇ। ਪਰ ਗੱਲ ਕੀ ਹੈ, ਮਨ ਕਰਕੇ ਸੁਣ ਲਈਏ। ਕਹਿੰਦੇ ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਸਾ ਜਾਏ। ਜੀਵਨ ਅੰਦਰੋਂ ਸਹਿਮ ਖਤਮ ਹੋ ਜਾਂਦਾ ਹੈ। ਗੁਰ ਕੈ ਭਾਣੇ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ। ਤੇ ਗੁਰੂ ਦੇ ਭਾਣੇ ਅੰਦਰ ਦਿਨ ਰਾਤ ਚੱਲਦਿਆਂ ਹੋਇਆਂ ਉਸ ਦੇ ਹੁਕਮ ਦੇ ਅੰਦਰ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਸੁਖ ਪਾਉਂਦਾ ਹੈ। ਆਪ ਸਿਰੰਦਾ ਸੱਚਾ ਸੋਈ, ਆਪ ਪਾਏ ਖਪਾਏ ਸੋਈ। ਆਪ ਹੀ ਸਰੰਦਾ ਹੈ, ਸਰੰਦਾ ਹੁੰਦਾ ਹੈ ਬਣਾਉਣ ਵਾਲਾ, ਧੰਨ ਸਰੰਦਾ ਸੱਚਾ ਪਾਤਸ਼ਾਹ। ਉਹ ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਢਾਉਣ ਵਾਲਾ ਹੈ। ਗੁਰਮੁਖ ਹੋਵੇ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ। ਤੇ ਕਹਿੰਦੇ ਜਿਹੜੇ ਗੁਰੂ ਕਿਰਪਾ ਰਾਹੀਂ ਉਸ ਨੂੰ ਸਲਾਹ ਲੈਂਦੇ ਹਨ, ਉਹ ਜੀਵਨ ਅੰਦਰ ਸੁਖ ਪ੍ਰਾਪਤ ਕਰਦੇ ਹਨ। ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ। ਕਹਿੰਦੇ ਨਾਮ ਤੋਂ ਬਿਨਾ ਜੇ ਮਨੁੱਖ ਜਿੰਨੇ ਮਰਜ਼ੀ ਯਤਨ ਕਰ ਲਵੇ, ਕਹਿੰਦੇ ਇਹ ਗਿਆਨ ਇੰਦਰੇ ਕਰਮ ਇੰਦਰੇ ਵਸ ਅੰਦਰ ਨਹੀਂ ਆ ਸਕਦੇ। ਕਾਮ ਕ੍ਰੋਧ ਜਲੈ ਸਭ ਕੋਈ, ਤੇ ਇਹ ਸਭ ਕੁਝ ਕਾਮ ਕ੍ਰੋਧ ਦੇ ਵਸ ਪਿਆ ਹੋਇਆ ਮਨੁੱਖ ਆਪਣੇ ਕਰਮ ਇੰਦਰੀਆਂ ਤੇ ਇਹਨਾਂ ਗਿਆਨ ਇੰਦਰੀਆਂ ਦੇ ਵਸ ਪਿਆ ਹੋਇਆ ਹੀ ਜੀਵਨ ਬਤੀਤ ਕਰਦਾ ਹੈ। ਸਤਿਗੁਰ ਸੇਵੇ ਮਨ ਵਸ ਆਵੇ, ਮਨ ਮਾਰੇ ਮਨਹਿ ਸਮਾਏਂਦਾ। ਕਹਿੰਦੇ ਗੁਰੂ ਦੀ ਕਿਰਪਾ ਸਦਕਾ ਮਨ ਨੂੰ ਮਾਰਿਆ, ਜਦੋਂ ਮਨ ਨੂੰ ਮਾਰ ਲੈਂਦਾ ਹੈ, ਮਨ ਮਾਰੇ ਮਨਹਿ ਸਮਾਏਂਦਾ, ਫਿਰ ਜਾ ਕੇ ਸਮਾ ਜਾਂਦਾ ਹੈ। ਜਦੋਂ ਮਨ ਨੂੰ ਮਾਰ ਲੈਂਦਾ ਹੈ, ਤੇ ਸਭ ਤੋਂ ਵੱਡੀ ਗੱਲ ਵੀ ਇਹ ਹੈ ਕਿ ਮਨ ਮਾਰਨਾ ਬੜਾ ਔਖਾ ਹੈ। ਮਨ ਦੀ ਆਪਣੀ ਮਨ ਆਈਆਂ ਕਰਨੀਆਂ ਕੋਈ ਨਹੀਂ ਛੱਡਣਾ ਚਾਹੁੰਦਾ, ਤੇ ਗੁਰੂ ਨੇ ਆਖਿਆ ਹੈ ਕਿ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ ਬਾਤ ਕਠਨੀ ਇਹ ਕਿ ਮਨ ਦੀ ਮਤ ਨਹੀਂ ਕੋਈ ਛੱਡਣਾ ਚਾਹੁੰਦਾ। ਜਦੋਂ ਮਨ ਮਾਰ ਲੈਂਦਾ ਹੈ ਤੇ ਉਸ ਪਰਮਾਤਮਾ ਅੰਦਰ ਅਭੇਦ ਹੋ ਜਾਂਦਾ ਹੈ। ਮੇਰਾ ਤੇਰਾ ਤੁਧ ਆਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀਆ। ਤੇ ਪਰਮਾਤਮਾ ਜੀ ਸਭ ਕੁਝ ਤੁਹਾਡਾ ਪ੍ਰਾਪਤ ਕੀਤਾ, ਪੈਦਾ ਕੀਤਾ ਹੋਇਆ ਹੈ। ਤੁਹਾਡੇ ਦਿੱਤੇ ਹੋਏ ਹੀ ਜੀਵ ਜੰਤ ਇਸ ਜੀਵਨ ਨੂੰ ਮਾਣਦੇ ਹਨ। ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤਿ ਮਨ ਵਸਾਏਂਦਾ। ਤੇ ਅਖੀਰ ਤੇ ਆਪਣੀ ਮੋਹਰ ਲਾਉਂਦਿਆਂ ਹੋਇਆਂ ਆਖਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਨਾਨਕ ਨਾਮ ਸਲਾਹ ਸਦਾ ਤੂੰ। ਇੱਕ ਤਰੀਕਾ ਹੈ ਜੀਵਨ ਅੰਦਰ ਸੁਖ ਪ੍ਰਾਪਤ ਕਰਨ ਦਾ, ਤੂੰ ਨਾਮ ਨੂੰ ਸਲਾਹਿਆ ਕਰ ਤੇ ਗੁਰਮਤਿ ਮਨ ਵਸਾਏਂਦਾ। ਗੁਰੂ ਦੇ ਮਤ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਉਹ ਮਨ ਅੰਦਰ ਵਸ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ, ਗੁਰੂ ਜੀ ਦੇ ਗੁਣਾਂ ਦੀ ਵਡਿਆਈ ਕਰਦਿਆਂ ਹੋਇਆਂ ਗੁਰੂ ਘਰ ਦੇ ਅਣਜਾਣ ਬੱਚੇ ਹਾਂ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਕਰਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ ਜੀ। ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦਿ।